खबरां ते पैनी निगाह रखदा, हर खबर दी पुण-छाण करके उसदी तह तक पहुंचदा, हर एक खबर पिछे चलदी असल कहानी दा सच सामने लैके आउंदा, राजनीति दी हरेक रणनीति तो जाणू करवाउंदा, सिस्टम विच पसरे भ्रिष्टाचार नूं उजागर करदा, धन कुबेरां, गैर समाजी तत्तां, प्रशासनिक अधिकारियां ते सियासतदानां दे गठजोड़ दा पर्दाफाश करदा, तत्थां सहित सही ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ। ਆਪਣੇ ਦਰਸ਼ਕਾਂ ਦੇ ਨਾਲ ਦਸਾਂਝ ਸਾਹਿਬ ਦਾ ਵੀ ਕਰਦੇ ਹਾਂ ਸਵਾਗਤ। ਜੀ ਆਇਆਂ ਨੂੰ ਦਸਾਂਝ ਸਾਹਿਬ। बहुत मेहरबानी, बहुत शुक्रिया हरजीत गिल जी ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਜੀ ਹਰਜੀਤ ਗਿੱਲ। ਦਸਾਂਝ ਸਾਹਿਬ, ਗੱਲ ਤਾਂ ਸ਼ੁਰੂ ਕਰਨੀ ਪਏਗੀ ਮਿਨਿਸਟਰੀ ਤੋਂ ਹੀ। ਜਿਹੜੀ ਕੱਲ ਨਵੇਂ ਮਿਨਿਸਟਰ ਬਣਾਏ ਉਹਨਾਂ ਨੂੰ ਮਹਿਕਮੇ ਜਿਹੜੇ ਆ ਉਹ ਦੇ ਦਿੱਤੇ ਗਏ ਆ, ਉਹਦੇ ਤੇ ਚਰਚਾ ਥੋੜ੍ਹੀ ਜਿਹੀ ਤੁਹਾਡੇ ਨਾਲ ਕਰਨੀ ਚਾਹੁੰਦੇ ਆ। ਕਿਹਨੂੰ ਕੀ ਮਿਲਿਆ, ਕਿਹਦਾ ਉਹ ਹੱਕਦਾਰ ਸੀ, ਕੀ ਮਿਲਣਾ ਚਾਹੀਦਾ ਸੀ, ਕਿਹੜੇ ਵਿਅਕਤੀ ਦੀ ਪ੍ਰਮੋਸ਼ਨ ਹੋਈ, ਕਿਸੇ ਦੀ ਡਿਮੋਸ਼ਨ ਹੋਈ ਜਾਂ ਨਹੀਂ ਹੋਈ, ਜਾਂ ਕਿਹੜੇ ਅਸੀਂ ਹੁਣ ਉਹ ਸ਼ਬਦ ਨਹੀਂ ਵਰਤਾਂਗੇ ਮਲਾਈਦਾਰ ਮਹਿਕਮੇ, ਹੁਣ ਅਸੀਂ ਵਰਤਾਂਗੇ ਪਾਵਰਫੁਲ ਮਹਿਕਮੇ। ਉਹ ਕਿਤੇ ਨਾ ਕਿਤੇ ਕਿੱਥੇ ਕਿਹੜੇ ਵਿਅਕਤੀਆਂ ਕੋਲ ਆ, ਕਿਉਂਕਿ ਉੱਥੋਂ ਅੰਦਾਜ਼ਾ ਲੱਗਦਾ ਹੈ ਕਿ ਉਹ ਵਿਅਕਤੀ ਕੈਬਨਿਟ ਦੇ ਵਿੱਚ ਕਿੰਨਾ ਕੁ ਪ੍ਰਭਾਵਸ਼ਾਲੀ ਹੈ ਅਤੇ ਕਿੰਨਾ ਕੁ ਪਾਵਰਫੁਲ ਹੈ। ਅਤੇ ਥੋੜ੍ਹਾ ਜਿਹਾ ਫਰੇਮ ਵੀ ਠੀਕ ਕਰ ਲਓ ਚੱਲਦੇ ਚੱਲਦੇ, ਤੁਸੀਂ ਨੀਵੇਂ ਜੇ ਥੋੜ੍ਹੇ ਜਿਹੇ ਅੱਜ। ਜੀ ਕੋਈ ਨਹੀਂ, ਮੈਂ ਕੋਸ਼ਿਸ਼ ਕਰਦਾ ਬਈ ਠੀਕ ਕਰਨ ਦੀ। ਪਰ ਜਿੱਥੇ ਤੱਕ ਮਹਿਕਮਿਆਂ ਦਾ ਮਾਮਲਾ ਹੈਗਾ, ਵੰਡ ਜਿਹੜੀ ਆ ਉਹ ਕੀਤੀ ਗਈ ਆ ਆਪਣੇ ਢੰਗ ਦੇ ਨਾਲ। ਪਰ ਜਿਹੜਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਵਾਪਰੀ ਹੈ ਉਹ ਇਹ ਆ ਕਿ 3 ਮਹੀਨਿਆਂ ਦੇ ਵਿੱਚ ਹੀ ਜਿਹੜਾ ਆ ਐਜੂਕੇਸ਼ਨ ਦੀ ਮਿਨਿਸਟਰੀ ਜਿਹੜੀ ਆ ਉਹ ਮੀਤ ਹੇਅਰ ਤੋਂ ਬਦਲ ਕੇ ਹਰਜੋਤ ਸਿੰਘ ਬੈਂਸ ਨੂੰ ਦੇ ਦਿੱਤੀ ਗਈ ਹੈ। ਮਤਲਬ ਪਹਿਲਾਂ ਮੀਤ ਹੇਅਰ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਸੀ ਤੇ ਤੁਹਾਨੂੰ ਯਾਦ ਹੋਣਾ ਕਿ ਮੀਤ ਹੇਅਰ ਸਿੱਖਿਆ ਮੰਤਰੀ ਸੀਗੇ ਤੇ ਸਿਹਤ ਮੰਤਰੀ ਵਿਜੇ ਸਿੰਗਲਾ, ਇਹਨਾਂ ਦੋਨਾਂ ਨੂੰ ਲੈ ਕੇ ਭਗਵੰਤ ਮਾਨ 3 ਦਿਨ ਦੇ ਦੌਰੇ ਤੇ ਦਿੱਲੀ ਗਏ ਸੀ। ਉੱਥੋਂ ਦੇ ਸਕੂਲਾਂ ਦਾ ਦੌਰਾ ਕੀਤਾ ਵੀ ਅਸੀਂ ਦਿੱਲੀ ਦਾ ਐਜੂਕੇਸ਼ਨ ਦਾ ਮਾਡਲ ਲਾਗੂ ਕਰਨਾ ਪੰਜਾਬ ਦੇ ਵਿੱਚ, ਤੇ ਹਸਪਤਾਲਾਂ ਦਾ ਦੌਰਾ ਕੀਤਾ ਵੀ ਜਿਹੜਾ ਮੁਹੱਲਾ ਕਲੀਨਿਕ ਹੈਗਾ ਉਹਦਾ ਕਨਸੈਪਟ ਵੀ ਪੰਜਾਬ 'ਚ ਲੈ ਕੇ ਆਉਣਾ। ਤੇ ਬੜੀ ਚਰਚਾ ਉਦੋਂ ਹੋਈ ਸੀ ਵੀ ਮੀਤ ਹੇਅਰ ਜਿਹੜੇ ਆ ਉਹ ਕਾਫੀ ਐਕਟਿਵ ਨੇ ਤੇ ਪੰਜਾਬ ਦਾ ਜਿਹੜਾ ਸਿੱਖਿਆ ਦਾ ਖੇਤਰ ਹੈ ਉਹ ਇਸ ਆਮ ਆਦਮੀ ਪਾਰਟੀ ਸਰਕਾਰ ਦੇ ਫੋਕਸ ਤੇ ਹੈ। ਸੋ ਕਾਫੀ ਉਮੀਦਾਂ ਮੀਤ ਹੇਅਰ ਤੋਂ ਲਾਈਆਂ ਗਈਆਂ ਸੀ, ਪਰ 3 ਮਹੀਨੇ ਬਾਅਦ ਹੀ ਉਹਨਾਂ ਤੋਂ ਉਹ ਮਹਿਕਮਾ ਵਾਪਸ ਲੈ ਕੇ ਹਰਜੋਤ ਸਿੰਘ ਬੈਂਸ ਨੂੰ ਦੇਣਾ, ਇਹਦੇ ਤੇ ਸਵਾਲ ਕੁਝ ਉੱਠ ਰਹੇ ਨੇ। ਪਰ ਨਾਲ ਦੀ ਨਾਲ ਇਹ ਗੱਲ ਵੀ ਕਹੀ ਜਾ ਰਹੀ ਹੈ ਵੀ ਜੇ ਫੋਕਸ ਉਹਨਾਂ ਦਾ ਸਿੱਖਿਆ ਤੇ ਹੈ ਤੇ ਜਿਹਨਾਂ ਨੂੰ ਲੱਗਦਾ ਹੈ ਵੀ ਇਹਨੂੰ ਦਰੁਸਤ ਕਰਨ ਵਾਸਤੇ ਕੁਝ ਹੋਰ ਤੇਜ਼ ਤਰਾਰ ਬੰਦੇ ਦੀ ਜ਼ਰੂਰਤ ਹੈ, ਤੇ ਫਿਰ ਕੋਈ ਮਾੜੀ ਗੱਲ ਵੀ ਨਹੀਂ ਹੈ ਵੀ ਜੇ ਉਹ ਇੱਕ ਕਿਸਮ ਦੀ ਡਿਮੋਸ਼ਨ ਦੇ ਤੌਰ ਤੇ ਨਹੀਂ ਦੇਖਿਆ ਜਾਣਾ ਚਾਹੀਦਾ ਮੀਤ ਹੇਅਰ ਦੀ, ਸਗੋਂ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਫੋਕਸ 'ਚ ਰੱਖ ਕੇ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ ਇਹਦੇ 'ਚ ਬਦਲਾਅ ਕਰਨਾ ਚਾਹੁੰਦੀ ਹੈ। ਤੇ ਇਸ ਕਰਕੇ ਹਰਜੋਤ ਬੈਂਸ ਹੋਰਾਂ ਦੀ ਜਿਹੜੀ ਕਾਰਗੁਜ਼ਾਰੀ ਪਿਛਲੇ 3 ਮਹੀਨੇ ਦੀ ਹੈ ਉਹਨੂੰ ਧਿਆਨ 'ਚ ਰੱਖਦੇ ਇੱਕ ਹੋਰ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੂੰ ਦੇ ਦਿੱਤੀ ਗਈ ਹੈ। ਸੋ ਇਹਦੇ ਤੇ ਕਾਫੀ ਚਰਚਾ ਹੈ। ਤੇ ਦੂਜੀ ਗੱਲ ਹੈਗੀ ਆ ਜੌੜਾ ਮਾਜਰਾ ਜਿਹੜੇ ਆ ਉਹਨਾਂ ਨੂੰ ਸਿਹਤ ਮੰਤਰੀ ਦੇ ਤੌਰ ਦੇ ਉੱਤੇ, ਚੇਤਨ ਸਿੰਘ ਜੌੜਾ ਮਾਜਰਾ, ਉਹਨਾਂ ਨੂੰ ਸਿਹਤ ਮੰਤਰੀ ਦੇ ਤੌਰ ਤੇ ਜਿਹੜਾ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਤੁਹਾਡੇ ਅੰਮ੍ਰਿਤਸਰ ਵਾਲੇ ਡਾਕਟਰ ਹੈਗੇ ਆ ਇੰਦਰਵੀਰ ਸਿੰਘ ਹੋਰੀ ਨਿੱਜਰ, ਤੇ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਸਿਹਤ ਮੰਤਰੀ ਬਣਾਇਆ ਜਾਏਗਾ, ਪਰ ਉਹਨਾਂ ਦੀ ਥਾਂ ਦੇ ਉੱਤੇ ਚੇਤਨ ਮਾਜਰਾ ਨੂੰ ਜਿਹੜਾ ਜੌੜੇ ਮਾਜਰਾ ਨੂੰ ਚੇਤਨ ਸਿੰਘ ਜੌੜਾ ਮਾਜਰਾ ਉਹਨਾਂ ਨੂੰ ਨਵਾਂ ਸਿਹਤ ਮੰਤਰੀ ਜਿਹੜਾ ਬਣਾਇਆ ਗਿਆ। ਤੇ ਬਾਕੀ ਅਨਮੋਲ ਗਗਨ ਮਾਨ ਮੇਰੇ ਮੂੰਹ ਚੋਂ ਨਿਕਲ ਜਾਂਦਾ, ਸ਼ਾਇਦ ਹੈ ਕਿ ਨਹੀਂ, ਉਹ ਅਨਮੋਲ ਗਗਨ ਨੂੰ ਜਿਹੜਾ ਆ ਨਹੀਂ, ਅਨਮੋਲ ਗਗਨ ਮਾਨ ਬਿਲਕੁਲ ਠੀਕ ਸ਼ਬਦ ਹੈ। ਤੁਸੀਂ ਅਨਮੋਲ ਗਗਨ ਮਾਨ ਸਿੰਘ ਸ਼ਬਦ ਵਰਤ ਰਹੇ ਸੀਗੇ, ਜਿਹੜਾ ਸਿੰਘ ਸ਼ਬਦ ਨਹੀਂ ਲਾਉਂਦੇ ਉਹ ਨਾਲ। ਵੈਸੇ ਉਹਨਾਂ ਦਾ ਅਸਲੀ ਨਾਂ ਗਗਨਦੀਪ ਕੌਰ ਆ ਤੇ ਸਿੰਗਰ ਬਣਨ ਤੋਂ ਬਾਅਦ ਅਨਮੋਲ ਗਗਨ ਮਾਨ ਨਾਂ ਦੇ ਨਾਲ ਉਹ ਪੋਪੂਲਰ ਹੋਏ ਆ। ਜਿਵੇਂ ਹੁਣੇ ਜਿਨ੍ਹਾਂ ਦੀ ਡੈਥ ਹੋਈ ਆ, ਜਿਹੜੇ ਮੂਸੇਵਾਲਾ ਕਰਕੇ ਮਸ਼ਹੂਰ ਹੋਏ, ਉਹਨਾਂ ਦਾ ਅਸਲੀ ਨਾਂ ਤਾਂ
ਪ੍ਰਭ ਕੁਛ ਇਸ ਤਰ੍ਹਾਂ ਦਾ ਸੀਗਾ ਮੇਰੇ ਖਿਆਲ, ਸ਼ੁਭਦੀਪ ਸਿੰਘ ਹਾਂਜੀ, ਸਿੱਧੂ। ਸ਼ੁਭਦੀਪ। ਸੋ ਕਈ ਵਾਰ ਇਦਾਂ ਵੀ ਹੁੰਦਾ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਦਲੀਪ ਕੁਮਾਰ ਦਾ ਨਾਂ ਯੂਸਫ ਖਾਨ ਸੀ, ਕਿਸੇ ਦਾ ਹੋਰ ਨਾਂ ਹੁੰਦਾ, ਉਹ ਕੁਝ ਡਾਇਰੈਕਟਰਾਂ ਦੇ ਕਹਿਣ ਤੇ ਜਾਂ ਕਿਸੇ ਸੌਖ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦਾ ਜਿਹੜਾ ਉਹ ਕੰਮ ਬਣ ਜਾਂਦਾ ਹੁੰਦਾ। ਤੇ ਉਹਨਾਂ ਦਾ ਜਿਹੜਾ ਗਾਇਕੀ ਦੇ ਖੇਤਰ 'ਚ ਮਸ਼ਹੂਰ ਹੋਏ, ਅਨਮੋਲ ਗਗਨ ਮਾਨ ਦੇ ਨਾਂ ਨਾਲ ਉਹ ਮਸ਼ਹੂਰ ਹੋਏ। ਤੇ ਵੈਸੇ ਉਹਨਾਂ ਦਾ ਨਾਂ ਸ਼ਾਇਦ ਗਗਨਦੀਪ ਕੌਰ ਵੀ ਹੈ ਜੀ। ਤੇ ਸਿੰਘ ਉਹ ਆਪਣੇ ਨਾਲ ਨਹੀਂ ਲਾਉਂਦੇ। ਆਮ ਤੌਰ ਤੇ ਸਾਡੀਆਂ ਸਿੱਖ ਪਰਿਵਾਰਾਂ ਦੇ ਵਿੱਚ ਕੁੜੀਆਂ ਸਿੰਘ ਸ਼ਬਦ ਬਹੁਤ ਘੱਟ ਲਾਉਂਦੀਆਂ ਨੇ। ਮੈਂ ਬਹੁਤਾ ਵੇਖਦਾ ਹਾਂ ਕਿ ਜਦੋਂ ਜਾਂ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਸ਼ਾਦੀ ਸਿੱਖ ਪਰਿਵਾਰ 'ਚ ਹੋ ਜਾਂਦੀ ਤੇ ਉਹ ਕੁੜੀਆਂ ਆਪਣੇ ਨਾਲ ਸਿੰਘ ਲਾਉਣ ਲੱਗ ਪੈਂਦੀਆਂ, ਜਾਂ ਸਾਡੇ ਪੰਜਾਬ ਤੋਂ ਬਾਹਰ ਰਿਵਾਜ ਹੈ ਜ਼ਿਆਦਾ, ਆਪਣੀਆਂ ਕੁੜੀਆਂ ਸਿੰਘ ਘੱਟ ਲਾਉਂਦੀਆਂ। ਕੌਰ ਸ਼ਬਦ ਕੁੜੀਆਂ ਵਾਸਤੇ ਵੀ ਸ਼ੇਰਨੀ ਵਾਲਾ ਸ਼ਬਦ ਗੁਰੂ ਸਾਹਿਬ ਨੇ ਦਿੱਤਾ ਹੋਇਆ ਜੀ। ਜੀ। ਸੋ ਜਿਹੜਾ ਇਹਦੇ ਇੱਕ ਨਵੇਂ ਜਿਹੜੇ ਮੰਤਰੀ ਉਹਨਾਂ ਨੂੰ ਮਹਿਕਮੇ ਦਿੱਤੇ ਗਏ, ਜਿੱਥੇ ਉੱਥੇ ਜਿੱਦਾਂ ਜ਼ਿੰਮੇਵਾਰੀ ਜਿਹੜੀ ਆ ਉਹ ਬਦਲ ਦਿੱਤੀ ਗਈ। ਮੀਥੇਰ ਦੀ ਥਾਂ ਦੇ ਉੱਤੇ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਲਾਇਆ ਗਿਆ। ਤੇ ਜਿਹੜੇ ਸੀਨੀਅਰ ਮੋਸਟ ਹੈਗੇ ਆ ਅਮਨ ਅਰੋੜਾ ਜੀ, ਉਹਨਾਂ ਨੂੰ ਵੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ, ਤੇ ਕੁਝ ਹੋਰ ਮੰਤਰਾਲੇ ਵੀ ਹੈਗੇ ਆ, ਉਹ ਜ਼ੁਬਾਨ ਤੇ ਕਈ ਸਾਰੀਆਂ ਚੀਜ਼ਾਂ ਚੜ੍ਹਦੀਆਂ ਨਹੀਂ ਹੈਗੀਆਂ, ਪਰ ਜਿਹੜੇ ਇੰਪਾਰਟੈਂਟ ਮੰਤਰਾਲੇ ਆ ਉਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਤਾਂ ਹੁਣ ਭਗਵੰਤ ਮਾਨ ਹੋਰਾਂ ਕੋਲ 26 ਮਹਿਕਮੇ ਆ, ਅਸੀਂ ਉਹ ਸਾਰਿਆਂ ਦੇ ਨਾਂ ਤਾਂ ਨਹੀਂ ਦੱਸ ਸਕਾਂਗੇ, ਤੇ ਪਰ ਇਹ ਜ਼ਰੂਰ ਹੈ ਕਿ ਭਗਵੰਤ ਮਾਨ ਹੋਰਾਂ ਨੇ ਸਿਹਤ ਮੰਤਰਾਲਾ ਜਿਹੜਾ ਵਿਜੇ ਸਿੰਗਲਾ ਨੂੰ ਦਿੱਤਾ ਹੋਇਆ ਸੀ, ਉਹ ਵਾਪਸ ਲੈ ਲਿਆ ਸੀ ਜਦੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ। ਤੇ ਉਹ ਸਿਹਤ ਮੰਤਰਾਲਾ ਜਿਹੜਾ ਆ ਉਹ ਆਪਣੇ ਕੋਲੋਂ ਜਿਹੜਾ ਚੌੜਾ ਮਾਜਰਾ ਜੀ ਨੂੰ ਦੇ ਦਿੱਤਾ ਹੈ। ਤੇ ਇੱਕ ਮਹੱਤਵਪੂਰਨ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਹੜੀ ਕਿਸੇ ਵੇਲੇ ਹੁੰਦੀ ਸੀਗੀ ਕਾਂਗਰਸ ਦੀ ਸਰਕਾਰ ਦੇ ਵਿੱਚ, ਪਹਿਲਾਂ ਕੈਪਟਨ ਅਮਰਿੰਦਰ ਦੇ ਵੇਲੇ ਨਵਜੋਤ ਸਿੰਘ ਸਿੱਧੂ ਕੋ ਲੋਕਲ ਗਵਰਨਮੈਂਟ ਦਾ ਜਿਹੜਾ ਮਹਿਕਮਾ, ਸਥਾਨਕ ਸਰਕਾਰਾਂ ਦਾ ਮਹਿਕਮਾ ਤੁਹਾਡੇ ਅੰਮ੍ਰਿਤਸਰ ਵਾਲੇ ਨਿੱਜਰ ਸਾਹਿਬ ਨੂੰ ਦਿੱਤਾ ਗਿਆ। ਸੋ ਦੇਖਦੇ ਹਾਂ ਕਿਸ ਤਰੀਕੇ ਨਾਲ ਕੰਮ ਚੱਲਦਾ ਹੈ। ਤੇ ਜ਼ਿੰਮੇਵਾਰੀਆਂ ਵੱਡੀਆਂ ਨੇ, ਤੇ ਇੱਕ ਮੰਤਰੀ ਦੇ ਕੋਲ ਕਈ ਮਹਿਕਮੇ ਹੈ, ਤੇ ਉਹ ਕਿਵੇਂ ਸਾਰੀਆਂ ਚੀਜ਼ਾਂ ਮੈਨੇਜ ਹੋਣਗੀਆਂ। ਤੇ ਜਿਹੜੀ ਕੱਲ ਇੱਕ ਗੱਲ ਆ ਰਹੀ ਸੀ ਸਾਡੇ ਕੋਲ, ਕੁਝ ਦੋਸਤ ਕਹਿ ਰਹੇ ਸੀ ਵੀ ਜਿਹੜੇ ਭਗਵੰਤ ਮਾਨ ਹੈ ਉਹਨਾਂ ਨੂੰ ਅਸਲ ਦੇ ਵਿੱਚ ਠੀਕ ਹੈ ਕਿ ਉਹ ਹੋਮ ਮਿਨਿਸਟਰੀ ਆਪਣੇ ਕੋਲ ਰੱਖ ਲੈਣ, ਬਾਕੀ ਮਹਿਕਮੇ ਉਹਨਾਂ ਨੂੰ ਆਪਣੇ ਜਿਹੜੇ ਦੂਸਰੇ ਮੰਤਰੀ ਆ ਉਹਨਾਂ 'ਚ ਵੰਡਣੇ ਚਾਹੀਦੇ ਆ, ਤਾਂ ਜੋ ਉਹ ਨਜ਼ਰਸਾਨੀ ਦੀ ਭੂਮਿਕਾ 'ਚ ਰਹਿਣ। ਬਹੁਤਾ ਬੋਝ ਮਹਿਕਮਿਆਂ ਦਾ ਡਾਇਰੈਕਟਲੀ ਆਪਣੇ ਉੱਪਰ ਨਾ ਰੱਖਣ, ਤਾਂ ਸ਼ਾਇਦ ਬਿਹਤਰ ਕਾਰਜ ਜਿਹੜਾ ਆ ਇਹ ਸਰਕਾਰ ਕਰ ਸਕੇਗੀ। ਇਸ ਤਰ੍ਹਾਂ ਦੀ ਗੱਲ ਆ ਰਹੀ ਜੀ। ਦਸਾਂਝ ਸਾਹਿਬ, ਮੈਨੂੰ ਲੱਗਦਾ ਕਿ ਕੇਜਰੀਵਾਲ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀਗਾ। ਉਹਨਾਂ ਨੇ ਸਿੱਧੇ ਤੌਰ ਤੇ ਆਪਣੇ ਕੋਲ ਕੋਈ ਮਹਿਕਮਾ ਰੱਖਿਆ ਨਹੀਂ ਸੀ। ਉਹ ਗੱਲ ਵੱਖਰੀ ਆ ਕਿ ਉੱਥੇ ਦੇ ਹੋਮ ਮਿਨਿਸਟਰ ਦਾ ਕੋਈ ਬਹੁਤਾ ਰੋਲ ਸ਼ਾਇਦ ਨਾ ਹੋਵੇ, ਕਿਉਂਕਿ ਪੁਲਿਸ ਪੁਲਿਸ ਪ੍ਰਸ਼ਾਸਨ ਆ ਉਹ ਦਿੱਲੀ ਵਾਲਿਆਂ ਕੋਲ ਨਹੀਂ ਸੀ ਹੈਗਾ, ਇਸ ਕਰਕੇ ਵੀ ਹੋ ਸਕਦਾ। ਪਰ ਵਾਕਿਆ ਇਹ ਗੱਲ ਬਿਹਤਰ ਆ ਕਿ ਸਗੋਂ ਚਾਹੀਦਾ ਤੇ ਆ ਕਿ ਕੋਈ ਮਹਿਕਮਾ ਵੀ ਕੋਲ ਨਾ ਰੱਖਣ, ਤੇ ਸਾਰੇ ਮਹਿਕਮਿਆਂ ਦਾ ਮੁਖੀ ਤਾਂ CM ਖੁਦ ਹੁੰਦਾ, ਤੇ ਉਹਨਾਂ ਨੂੰ ਸਾਰਿਆਂ ਦੇ ਉੱਤੇ ਨਜ਼ਰਸਾਨੀ ਦਾ ਜਿਹੜਾ ਅਧਿਕਾਰ ਉਹ ਹੁੰਦਾ ਹੀ ਆ, ਹਮੇਸ਼ਾ ਹੀ ਉਹਨਾਂ ਕੋਲ ਹੁੰਦਾ, ਤੇ ਉਹ ਬਿਹਤਰ ਢੰਗ ਨਾਲ ਆਪਣਾ ਕੰਮ ਜਿਹੜਾ ਉਹ ਕਰ ਸਕਦੇ ਹੋਣਗੇ। ਇਹ ਮਸ਼ਵਰਾ ਤੇ ਠੀਕ ਹੈ, ਬਾਕੀ ਕਰਨਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਆ ਜੀ, ਜੋ ਵੀ ਉਹ ਕਰ ਸਕਦੇ ਆ। ਹੁਣੇ ਆਪਾਂ ਕਾਲੋ ਸਾਹਿਬ ਨਾਲ ਗੱਲਾਂ ਕਰ ਰਹੇ ਸੀ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਵੇਂ ਲੋਕ ਮਹਿਸੂਸ ਕਰ ਰਹੇ ਸੀਗੇ ਕਿ ਜਿਹੜੇ ਇੰਦਰਬੀਰ ਨਿੱਜਰ ਹੀਰੀ ਨੇ, ਡਾਕਟਰ ਨੇ, ਤੇ ਹੈਲਥ ਮਿਨਿਸਟਰੀ ਖਾਲੀ ਆ ਤੇ ਉਹਨਾਂ ਨੂੰ ਹੈਲਥ ਦਾ ਮਹਿਕਮਾ ਦਿੱਤਾ ਜਾਏਗਾ, ਪਰ ਆਮ ਤੌਰ ਤੇ ਤਾਂ ਹੁੰਦਾ ਨਹੀਂ ਆ। ਬਾਹਰਲੇ ਮੁਲਕਾਂ 'ਚ ਵੀ ਆਪਣਾ ਦਸਾਂਝ ਸਾਹਿਬ ਇੱਦਾਂ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਡਾਕਟਰ ਹੈ ਤੇ ਉਹਨੂੰ ਡਾਕਟਰੀ ਦਾ ਮਹਿਕਮਾ ਦਿੱਤਾ ਜਾਵੇ, ਜੇ ਕੋਈ ਵਕੀਲ ਹੈ ਤੇ ਉਹਨੂੰ ਲਾਅ ਮਿਨਿਸਟਰ ਬਣਾਇਆ ਜਾਵੇ। ਆਮ ਤੌਰ ਤੇ ਜਿਹੜਾ ਉਹ ਅਲੱਗ ਢੰਗ ਨਾਲ ਸਿਆਸਤ ਨੂੰ ਵੇਖਿਆ ਜਾਂਦਾ, ਜਿੱਦਾਂ ਅਸੀਂ ਸਧਾਰਨ ਲੋਕ ਵੇਖਦੇ ਹਾਂ ਉੱਦਾਂ ਸ਼ਾਇਦ ਉਹ ਨਹੀਂ ਵੇਖਦੇ। ਕਈ ਵਾਰ ਇਹ ਵੀ ਹੁੰਦਾ, ਹੁਣ ਬਹੁਤ ਸਾਰੇ ਲੋਕ ਤੇ ਇਸ ਗੱਲ ਤੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੋਮ ਮਿਨਿਸਟਰ ਬਣਾਉਣਾ ਬਹੁਤ ਜ਼ਰੂਰੀ ਆ, ਜੇ ਪੰਜਾਬ 'ਚ ਕੋਈ ਬਿਹਤਰੀ ਲਿਆਉਣੀ ਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਕਰਨੀ ਆ, ਜਾਂ ਜਿਹੜਾ ਡਰੱਗ ਦੇ ਉੱਤੇ ਕੰਟਰੋਲ ਕਰਨਾ, ਤੇ ਉਹ ਇੱਕ ਇਹਨਾਂ ਕੋਲ ਬਹੁਤ ਵਧੀਆ ਢੁਕਵਾਂ ਵਿਅਕਤੀ ਆ। ਪਰ ਕੀ ਸਿਆਸਤ ਦੀਆਂ ਮਜਬੂਰੀਆਂ ਹੋ ਸਕਦੀਆਂ ਜਾਂ ਉਹ ਕਿਉਂ ਨਹੀਂ ਕਰ ਸਕਦੇ, ਇਹਦੇ ਵਿੱਚ ਨਾ ਜਾਂਦੇ ਹੋਏ ਅਸੀਂ ਇਹੀ ਕਹਾਂਗੇ ਕਿ ਇਹ ਮੁੱਖ ਮੰਤਰੀ ਨੇ ਵੇਖਣਾ ਹੁੰਦਾ ਕਿ ਉਹਨੇ ਕਿਹਨੂੰ ਕਿਹੜਾ ਮਹਿਕਮਾ ਦੇਣਾ। ਜਿੱਥੋਂ ਤੱਕ ਡਾਕਟਰ ਨਿੱਜਰ ਹੋਰਾਂ ਨੂੰ ਲੋਕਲ ਬੋਡੀ ਗੌਰਮੈਂਟ ਦਾ ਮਹਿਕਮਾ ਦਿੱਤਾ, ਉਹ ਬੜਾ ਵੱਡਾ ਮਹਿਕਮਾ, ਤੇ ਤੁਹਾਨੂੰ ਯਾਦ ਹੋਣਾ ਕਿ ਨਵਜੋਤ ਸਿੱਧੂ ਹੋਰੀ ਇਹੋ ਮਹਿਕਮਾ ਛੱਡਣ ਤੋਂ ਹੀ ਨਾਰਾਜ਼ ਹੋਏ ਸੀ ਕੈਪਟਨ ਸਾਹਿਬ ਨਾਲ। ਉਹ ਕਹਿੰਦੇ ਸੀ ਕਿ ਮੈਂ ਪਾਵਰ ਮਿਨਿਸਟਰ ਨਹੀਂ ਬਣਨਾ, ਮੈਂ ਇਹ ਮਹਿਕਮਾ ਤੇ ਰੱਖਣਾ ਹੀ ਰੱਖਣਾ ਆ, ਮੈਨੂੰ ਤੁਸੀਂ ਕਿੱਦਾਂ ਕਹਿ ਦਿੱਤਾ ਕਿ ਮੈਂ ਇਹਦੇ ਫਿੱਟ ਨਹੀਂ ਆ। ਸੋ ਇਹਦਾ ਮਤਲਬ ਉਹਦੇ ਮਹਿਕਮੇ ਦੇ ਵੀ ਕਾਰਜਭਾਗ ਬਹੁਤ ਵੱਡੇ ਨੇ, ਤੇ ਨਵਜੋਤ ਸਿੱਧੂ ਥੋੜ੍ਹੇ ਮੁਖਰ ਨੇ, ਉਹਨਾਂ ਦੇ ਮੁਕਾਬਲੇ
ਜਿਹੜੇ ਡਾਕਟਰ ਇੰਦਰਬੀਰ ਹੀਰੀਆਂ, ਜਿਵੇਂ ਆਪਾਂ ਕੱਲ ਵੀ ਗੱਲਾਂ ਕਰਦੇ ਸੀ, ਬਹੁਤ ਸੋਬਰ ਨੇ, ਧੀਮੀ ਸੁਰ 'ਚ ਗੱਲ ਕਰਨ ਵਾਲੇ ਨੇ, ਰਿਸਪੈਕਟਫੁਲੀ ਹਰ ਇੱਕ ਨਾਲ ਗੱਲ ਕਰਨ ਵਾਲੇ ਵਿਅਕਤੀ ਨੇ। ਠੀਕ ਆ, ਜਿਹੜੇ ਮਹਿਕਮੇ ਨੇ, ਜਿੱਦਾਂ ਦਾ ਸਾਡਾ ਕਲਚਰ ਹੈ, ਜਿਹੜਾ ਲੋਕਲ ਬਾਡੀ ਮਹਿਕਮਾ ਆ, ਜੇ ਰੈਵਨਿਊ ਤੋਂ ਬਾਅਦ ਵੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਗੜਬੜਾਂ ਇਸ ਮਹਿਕਮੇ 'ਚ ਹੁੰਦੀਆਂ ਨੇ। ਇਸ ਮਹਿਕਮੇ 'ਚ ਕਰਪਸ਼ਨ ਵੀ ਸਿਖਰਾਂ 'ਤੇ ਆ, ਇਸ ਮਹਿਕਮੇ ਦੇ ਵਿੱਚ ਭਾਈ ਭਤੀਜਾਵਾਦ ਵੀ ਸਿਖਰਾਂ 'ਤੇ ਆ। ਤੇ ਜਿੱਥੋਂ ਤੱਕ ਭਾਈ ਭਤੀਜਾਵਾਦ ਦਾ ਸੰਬੰਧ ਆ, ਮੈਂ ਸਮਝਦਾ ਕਿ ਸਿੱਧੇ ਤੌਰ 'ਤੇ ਰਿਸ਼ਤੇਦਾਰਾਂ ਨੂੰ ਨਾ ਨਵਾਜਣਾ, ਆਪਣੇ ਯਾਰਾਂ ਦੋਸਤਾਂ ਨੂੰ ਅਹੁਦਿਆਂ 'ਤੇ ਨਵਾਜ ਦੇਣਾ, ਜਾਂ ਉਹਨਾਂ ਨੇੜੇ ਦੇ ਲੋਕਾਂ ਨੂੰ ਬਿਨਾਂ ਉਹਨਾਂ ਦੀ ਪ੍ਰਭਤਾ ਦੇਖਿਆ ਵੱਡੀਆਂ ਜ਼ਿੰਮੇਵਾਰੀਆਂ ਦੇ ਦੇਣੀਆਂ, ਇਹ ਵੀ ਕਿਸਮ ਦੀ ਕਰਪਸ਼ਨ ਤਾਂ ਹੈ ਕਿਤੇ ਨਾ ਕਿਤੇ, ਜੇ ਤੁਸੀਂ ਇਸ ਗੱਲ ਨੂੰ ਵੇਖੋ ਤਾਂ। ਦੇਖੋ, ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਕੋਈ ਵੀ ਸਰਕਾਰ ਜਾਂ ਕੋਈ ਵੀ ਸਿਆਸੀ ਲੀਡਰ ਜਿੰਨਾ ਮਰਜ਼ੀ ਬਿਹਤਰ ਤਰੀਕੇ ਨਾਲ ਕੰਮ ਕਰਦੇ ਸਾਨੂੰ ਦਿਖਾਈ ਦਿੰਦੇ, ਹੁਣ ਇੱਕ ਕਮਜ਼ੋਰੀ ਰਹਿੰਦੀ ਹੈ ਹਮੇਸ਼ਾ ਹੀ। ਉਹ ਕਮਜ਼ੋਰੀ ਇਹ ਰਹਿੰਦੀ ਹੈ ਕਿ ਡਾਇਰੈਕਟਲੀ ਭਾਵੇਂ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਿਤੇ ਲਾਓ ਨਾ ਲਾਓ, ਪਰ ਇਹ ਆ ਵੀ ਜਿਹੜੀ ਤੁਹਾਡੀ ਪ੍ਰਸ਼ੰਸਾ ਬੰਦੇ ਕਰਦੇ ਆ, ਜਾਂ ਪ੍ਰਸ਼ੰਸਾ ਤੋਂ ਵੀ ਅੱਗੇ ਚਾਪਲੂਸੀ ਲਫ਼ਜ਼ ਵੀ ਆਪਾਂ ਵਰਤ ਲਈਏ, ਉਹਨਾਂ ਵਾਸਤੇ ਕੋਈ ਨਾ ਕੋਈ ਜਗ੍ਹਾ ਫੇਰ ਵੀ ਪਾਣੀ ਜਾਂਦੀ ਹੈ। ਇਹ ਪਿਛਲੀਆਂ ਸਰਕਾਰਾਂ 'ਚ ਵੀ ਹੁੰਦਾ ਰਿਹਾ, ਇਸ ਸਰਕਾਰ ਦੇ ਵਿੱਚ ਵੀ ਦਿਖਾਈ ਦੇ ਰਿਹਾ। ਸੋ ਫਿਰ ਚਾਹੇ ਕੋਈ ਉਹ ਦੂਰ ਦਾ ਰਿਸ਼ਤੇਦਾਰ ਹੋਵੇ, ਚਾਹੇ ਕੋਈ ਮਿੱਤਰ ਬੇਲੀ ਹੋਵੇ, ਜਿਹਨੇ ਤੁਹਾਡੇ ਲਈ ਲਗਾਤਾਰ ਜਿਹੜੀ ਆ ਕੋਈ ਨਾ ਕੋਈ ਆਪਣੀ ਆਵਾਜ਼ ਬੁਲੰਦ ਕੀਤੀ ਹੋਵੇ, ਤੇ ਆਊਟ ਆਫ ਵੇ ਜਾ ਕੇ ਵੀ ਉਹਦਾ ਇਨਾਮ ਉਹਨੂੰ ਮਿਲਦਾ ਰਿਹਾ। ਤੇ ਹੁਣ ਵੀ ਇਸ ਸਰਕਾਰ ਦੇ ਵਿੱਚ ਵੀ ਭਾਵੇਂ ਉਹ ਵੱਡੇ ਪੱਧਰ ਤੇ ਨਾ ਵੀ ਹੋਵੇ, ਪਰ ਉਹ ਹੈ। ਤੇ ਇਹ ਕੋਈ ਬਹੁਤਾ ਮੈਨੂੰ ਲੱਗਦਾ ਚੰਗੀ ਫਿਰਤ ਨਹੀਂ ਹੈ। ਦੂਜੀ ਗੱਲ ਆ ਵੀ ਜਿਹੜੇ ਲੋਕ ਫਿਰ ਏਦਾਂ ਜਿਹੜੇ ਜੁੜਦੇ ਆ, ਫਿਰ ਉਹਨਾਂ ਦੀ ਆਪਣੀ ਜਿਹੜੀ ਇੱਕ ਪ੍ਰਤੀਬੱਧਤਾ ਜਾਂ ਕਮਿਟਮੈਂਟ ਹੁੰਦੀ ਹੈ ਲੋਕਾਂ ਦੇ ਪ੍ਰਤੀ, ਉਹ ਵੀ ਕਿਤੇ ਨਾ ਕਿਤੇ ਦਰਕਦੀ ਹੋਈ ਜਿਹੜੀ ਮਹਿਸੂਸ ਹੁੰਦੀ ਹੈ। ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ। ਪਰ ਪ੍ਰਸ਼ੰਸਾ ਐਡਾ ਵੱਡਾ ਰੋਗ ਹੈ ਜਿਹਦੇ ਤੋਂ ਕੋਈ ਬਚ ਸਕਿਆ, ਬਹੁਤ ਘੱਟ ਲੋਕ ਹੈ ਜਿਹੜੇ ਇਹਦੇ ਤੋਂ ਬਚਦੇ ਆ। ਸੋ ਮੈਨੂੰ ਲੱਗਦਾ ਕਿ ਸਰਕਾਰ ਨਵੀਂ ਹੈ, ਨਵੇਂ ਲੋਕ ਨੇ, ਨਵੇਂ ਤਰੀਕੇ ਨਾਲ ਕੰਮ ਕਰਨਾ ਹੈ, ਤੇ ਚੈਲੰਜ ਵੱਡੇ ਨੇ, ਚੁਣੌਤੀਆਂ ਵੱਡੀਆਂ, ਕੁਝ ਇਹਨਾਂ ਚੀਜ਼ਾਂ ਤੋਂ ਥੋੜਾ ਬਚਣ ਦੀ ਜ਼ਰੂਰਤ ਹੈ। ਦਸਾਂਝ ਸਾਹਿਬ, ਵੈਸੇ ਜਿਹੜੀ ਮਿਨਿਸਟਰੀ ਮਿਲੀ ਆ ਨਵੇਂ ਬੰਦਿਆਂ ਨੂੰ, ਜਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਆ, ਥੋੜ੍ਹੀ ਜਿਹੀ ਗੱਲਬਾਤ ਮੈਂ ਪ੍ਰੋਫੈਸਰ ਕਾਹਲੋਂ ਨਾਲ ਕੀਤੀ, ਕਿਉਂਕਿ ਉਹ ਟ੍ਰੇਡ ਯੂਨੀਅਨ 'ਚ ਰਹੇ ਨੇ ਤੇ ਉਹਨਾਂ ਦਾ ਮਤ ਮੇਰੇ ਨਾਲ ਥੋੜ੍ਹਾ ਜਿਹਾ ਅਲੱਗ ਹੈ। ਉਹ ਮਹਿਸੂਸ ਕਰਦੇ ਸੀ ਕਿ ਜਿਹੜਾ ਟੀਚਿੰਗ ਦਾ ਮਹਿਕਮਾ ਹੈ, ਖਾਸ ਕਰਕੇ ਸਕੂਲ ਐਜੂਕੇਸ਼ਨ, ਜਿਹੜਾ ਹਾਇਰ ਐਜੂਕੇਸ਼ਨ ਦੀ ਨਹੀਂ ਅਸੀਂ ਗੱਲ ਕਰ ਰਹੇ ਜਿਹਦੇ ਵਿੱਚ ਕਾਲਜਸ ਆਉਂਦੇ ਨੇ, ਜਿਹੜਾ ਸਕੂਲ ਐਜੂਕੇਸ਼ਨ ਦਾ ਮਹਿਕਮਾ ਹੈ, ਇਹ ਮਹਿਕਮਾ ਜਿਹੜਾ ਆ ਪੰਜਾਬ ਦੇ ਜਿਹੜੇ ਧੜੱਲੇਦਾਰ ਲੀਡਰ ਹੋਇਆ ਕਰਦੇ ਉਹਨਾਂ ਨੂੰ ਮਿਲਦਾ ਹੁੰਦਾ ਸੀਗਾ। ਇਹਦੇ ਪਿੱਛੇ ਕੁਝ ਇੱਕ ਕਾਰਨ ਨੇ। ਕੁਝ ਇੱਕ ਮਹਿਕਮੇ ਇੱਦਾਂ ਦੇ ਆ ਜਿਨ੍ਹਾਂ ਨੂੰ ਪੁਰਾਣੇ ਭਾਸ਼ਾ ਦੇ ਵਿੱਚ ਅਸੀਂ ਮਲਾਈਦਾਰ ਮਹਿਕਮੇ ਕਹਿੰਦੇ ਹੁੰਦੇ ਸੀ, ਤੇ ਹੁਣ ਦੇ ਮਹਿਕਮੇ, ਹੁਣ ਦੇ ਸੰਦਰਭ ਵਿੱਚ ਵੀ ਜੇ ਵੇਖੀਏ ਤੇ ਚਲੋ ਅਸੀਂ ਮਲਾਈਦਾਰ ਨਾ ਕਹੀਏ, ਉਹਨੂੰ ਅਸੀਂ ਪਾਵਰਫੁਲ ਮਹਿਕਮੇ ਕਹਿ ਸਕਦੇ ਹਾਂ, ਕਿ ਉੱਥੇ ਬੰਦੇ ਦੀ ਸ਼ਕਤੀ ਦਾ ਪ੍ਰਦਰਸ਼ਨ ਬਿਹਤਰ ਢੰਗ ਨਾਲ ਹੋ ਸਕਦਾ ਹੈ ਕਿ ਕਿਹੜਾ ਮਹਿਕਮੇ ਨੂੰ ਉਹ ਹੈਂਡਲ ਕਰ ਰਿਹਾ ਤੇ ਉਹਦੀ ਕਿੰਨੀ ਕੁ ਵੁਕਤ ਹੈ। ਜਿਹੜਾ ਅਧਿਆਪਕਾਂ ਦਾ ਮਹਿਕਮਾ ਆ, ਅਧਿਆਪਕ ਸਾਡੇ ਸਮਾਜ ਦੇ ਸਿਰਜਕ ਕਹੇ ਜਾਂਦੇ ਆ, ਪਰ ਉੱਥੇ ਪ੍ਰੋਫੈਸਰ ਕਾਹਲੋਂ ਦਾ ਮੰਨਣਾ ਇਹ ਸੀਗਾ ਕਿ ਉਹਨਾਂ ਦੀ ਲੰਬੇ ਸਮੇਂ ਤੋਂ, ਕਿਉਂਕਿ ਉਹ ਚੇਤਨ ਵਰਗ ਹੈ ਤੇ ਉਹਨਾਂ ਦਾ ਜਿਹੜਾ ਆ ਉਹ ਬੜਾ ਇੱਕ ਲੰਬੇ ਸੰਘਰਸ਼ਾਂ ਤੋਂ ਬਾਅਦ ਉਹਨਾਂ ਲੋਕਾਂ ਨੇ ਆਪਣਾ ਟ੍ਰੇਡ ਯੂਨੀਅਨ ਦਾ ਢਾਂਚਾ ਇੰਨਾ ਕੁ ਵਿਕਸਿਤ ਕੀਤਾ ਹੋਇਆ ਕਿ ਉੱਥੇ ਮਾੜਾ ਬੰਦਾ ਚੱਲ ਨਹੀਂ ਸਕਦਾ, ਕਿਉਂਕਿ ਉਹ ਬਹੁਤ ਇੰਟਲੈਕਚੁਅਲ ਧੜਾ ਹੈ ਤੇ ਨਾਲ ਦੀ ਨਾਲ ਉਹ ਇੱਕ ਜਥੇਬੰਦਕ ਸ਼ਕਤੀ ਰੱਖਦੇ ਆ। ਤੇ ਮੀਤ ਹਰੇਕ ਵੀ ਕਿਤੇ ਨਾ ਕਿਤੇ ਕਮਜ਼ੋਰ ਪੈਂਦੇ ਨਜ਼ਰ ਆ ਰਹੇ ਸੀਗੇ। ਲਗਾਤਾਰ ਬਰਨਾਲੇ ਟੀਚਰਸ ਜਿਹੜੇ ਆ, ਚਾਹੇ ਉਹ ਅਜੇ ਗਵਰਨਮੈਂਟ ਟੀਚਰਸ ਦੇ ਜਿਹੜੇ ਉਹ ਇੰਨੇ ਐਕਟਿਵ ਨਹੀਂ ਸੀ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਜਾਂ ਜਿਹੜੇ ਠੇਕੇ ਦੇ ਉੱਤੇ ਭਰਤੀ ਨੇ ਟੀਚਰ, ਉਹਨਾਂ ਦੇ ਜਿਹੜਾ ਵਿਰੋਧ ਸੀਗਾ ਉਹਨੂੰ ਉਹ ਸ਼ਾਇਦ ਪ੍ਰੋਪਰਲੀ ਸ਼ਾਂਤ ਨਹੀਂ ਸੀ ਕਰ ਸਕੇ। ਜਿਹੜੀ ਇਹ ਕਮਜ਼ੋਰੀ ਜਿਹੜੀ ਆ ਉਹ ਕਿਤੇ ਲੱਗ ਰਹੀ ਸੀਗੀ। ਸੋ ਇਹਦੇ ਬਾਰੇ ਤੁਹਾਡੇ ਕੋਲ ਜਾਣਨਾ ਚਾਹੂੰਗਾ ਮੈਂ। ਦੇਖੋ, ਠੀਕ ਹੈ, ਮੰਤਰੀ ਦਾ ਕੋਈ ਵੀ ਮਹਿਕਮਾ ਹੋਵੇ ਉਹਦੇ 'ਚ ਲਾਜ਼ਮੀ ਹੈ ਕਿ ਮੰਤਰੀ ਸਾਹਿਬ ਜਿਹੜੇ ਆ ਉਹਨਾਂ ਦੇ ਕੋਲ ਇੱਕ ਇਸ ਤਰ੍ਹਾਂ ਦੀ ਤੀਖਣ ਬੁੱਧੀ ਵੀ ਚਾਹੀਦੀ ਹੈ, ਤੇ ਫਿਰ ਹਰ ਮੁਸ਼ਕਲ ਜਿਹੜੀ ਆ ਉਹਦੇ ਨਾਲ ਟੱਕਰਨ ਦੀ ਜਿਹੜੀ ਸਮਰੱਥਾ ਵੀ ਚਾਹੀਦੀ ਹੈ। ਕਾਰਨ ਕੋਈ ਹੋਰ ਵੀ ਹੋ ਸਕਦਾ ਹੈ ਵੀ, ਪਰ ਜਿਹੜੀ ਅਧਿਆਪਕ ਵਰਗ ਦਾ ਮਸਲਾ, ਜਿੱਦਾਂ ਤੁਸੀਂ ਹੁਣ ਕੁਝ ਟੀਚਰਾਂ ਦਾ ਜ਼ਿਕਰ ਕੀਤਾ ਜਿਹੜੇ ਹਾਲੇ ਮੁਕੰਮਲ ਰੂਪ ਦੇ ਵਿੱਚ ਅਧਿਆਪਕ ਦੇ ਤੌਰ ਤੇ ਰੈਗੂਲਰ ਵੀ ਨਹੀਂ ਹੈ,
ਵੀ ਕੇਵਲ ਉਹਨਾਂ ਦੇ ਵਿਰੋਧ ਕਰਕੇ ਹੀ ਮੀਤ ਹੇਅਰ ਜਿਹੜੇ ਆ ਕੋਈ ਆਪਕੋ ਫੀਲ ਕਰਦੇ ਹੋਣ ਜਾਂ ਇਹ ਮਹਿਸੂਸ ਕਰਦੇ ਹੋਣ ਵੀ ਮੇਰੇ ਤੋਂ ਇਹ ਕੰਮ ਨਹੀਂ ਚੱਲਣਾ। ਮੈਨੂੰ ਲੱਗਦਾ ਇਹ ਕੋਈ ਬਹੁਤੀ ਗੱਲ ਠੀਕ ਨਹੀਂ ਹੈ। ਇਹ ਤਾਂ ਚੱਲਦਾ ਰਹਿਣਾ। ਐ ਤਾਂ ਫਿਰ ਉਹ ਪਹਿਲੇ ਦਿਨ ਤੋਂ ਹੀ, ਤੀਜੇ ਚੌਥੇ ਦਿਨ ਤੋਂ, ਜਦੋਂ ਇਹ ਸਰਕਾਰ ਤਾਂ ਕਹਿੰਦੀ ਸੀ ਧਰਨਿਆਂ ਦਾ ਯੁੱਗ ਖਤਮ ਹੋ ਗਿਆ ਤੇ ਸਰਕਾਰ ਦੇ ਖਿਲਾਫ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਗਏ ਸੀ ਧਰਨੇ ਮੁਜ਼ਾਹਰੇ, ਤੇ ਹਾਲੇ ਵੀ ਕਿਤੇ ਨਾ ਕਿਤੇ ਚੱਲ ਰਿਹਾ। ਇਹ ਤਾਂ ਫਿਰ ਕੋਈ ਵੀ ਇਹ ਕਹਿ ਸਕਦਾ ਵੀ ਨਹੀਂ ਸਾਡੇ ਤੋਂ ਕੰਮ ਨਹੀਂ ਹੁੰਦਾ ਜੀ, ਇੱਥੇ ਧਰਨੇ ਵਾਲਾ ਕੰਮ ਸ਼ੁਰੂ ਹੋ ਗਿਆ। ਮੈਨੂੰ ਲੱਗਦਾ ਕਾਰਨ ਕੋਈ ਹੋਰ ਰਿਹਾ ਹੋਏਗਾ, ਤੇ ਉਹ ਕੋਈ ਅੰਦਰੂਨੀ ਕਾਰਨ ਹੋ ਸਕਦਾ। ਸਰਕਾਰ ਕਿਵੇਂ ਸੋਚਦੀ ਹੈ, ਜਾਂ ਭਗਵੰਤ ਮਾਨ ਤੇ ਅਮੀਤ ਹੇਅਰ ਉਹਨਾਂ ਦੀ ਕੋਈ ਆਪਸੀ ਗੱਲ ਹੋਈ ਹੋਏਗੀ, ਕੋਈ ਹੋਰ ਕਾਰਨ ਹੋ ਸਕਦਾ। ਪਰ ਜਿੱਥੋਂ ਤੱਕ ਅਧਿਆਪਕ ਲਹਿਰ ਦਾ ਮਸਲਾ ਆ, ਪ੍ਰੋਫੈਸਰ ਜਗੀਰ ਕਾਹਲੋਂ ਚੰਗੀ ਤਰ੍ਹਾਂ ਜਾਣਦੇ ਆ ਕਿ ਅਧਿਆਪਕ ਲਹਿਰ ਇਸ ਵੇਲੇ ਉਸ ਸਥਿਤੀ 'ਚ ਨਹੀਂ ਹੈ ਜਿਹੜੀ ਸਥਿਤੀ ਕਿਸੇ ਮੰਤਰੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਅਸਰ ਅੰਦਾਜ਼ ਕਰ ਸਕੇ। ਕੋਈ ਸਮਾਂ ਹੁੰਦਾ ਸੀ, ਇਹਦੇ ਗਵਾਹ ਮੇਰੇ ਨਾਲੋਂ ਜ਼ਿਆਦਾ ਪ੍ਰੋਫੈਸਰ ਜਗੀਰ ਕਾਹਲੋਂ ਹੀ ਹੈ, ਜਦੋਂ ਅਧਿਆਪਕ ਜਥੇਬੰਦੀਆਂ ਜਿਹੜੀਆਂ ਦੋ ਹੁੰਦੀਆਂ ਸੀ, ਉਹ ਇੱਕ ਕਿਸਮ ਦਾ ਪੈਰਲਰ ਸਰਕਾਰ ਦੇ ਬਰਾਬਰ ਹੀ ਇੱਕ ਤਾਕਤ ਰੱਖਦੀਆਂ ਹੁੰਦੀਆਂ ਸੀ। ਉਸ ਵੇਲੇ ਤਰਲੋਚਨ ਰਾਣਾ ਦਾ ਨਾਂ ਜਿਹੜਾ ਡੰਕਾ ਵੱਜਦਾ ਸੀ, ਇੱਕ ਰਣਵੀਰ ਢਿੱਲੋਂ ਦੂਸਰੇ ਪਾਸੇ ਹੁੰਦੇ ਸੀ, ਦੋਨੋਂ ਖੱਬੀਆਂ ਧਿਰਾਂ ਦੀਆਂ ਜਥੇਬੰਦੀਆਂ ਹੁੰਦੀਆਂ ਸੀ ਤੇ ਸਰਕਾਰਾਂ ਤੱਕ ਹਿਲਾ ਦਿੰਦੀਆਂ ਸੀ। ਉਹ ਸਮਾਂ ਹੁਣ ਨਹੀਂ ਹੈ। ਹੁਣ ਅਧਿਆਪਕ ਜਥੇਬੰਦ ਤਾਂ ਹੈ, ਪਰ ਜਥੇਬੰਦ ਹੋ ਕੇ ਵੀ ਇੱਕ ਨਹੀਂ ਹੈ। ਬਹੁਤ ਵੱਡੇ ਟੁਕੜਿਆਂ ਦੇ ਵਿੱਚ, ਹਿੱਸਿਆਂ ਦੇ ਵਿੱਚ ਅਧਿਆਪਕਾਂ ਦੀਆਂ ਜਥੇਬੰਦੀਆਂ ਵੰਡੀਆਂ ਹੋਈਆਂ। ਗਵਰਨਮੈਂਟ ਟੀਚਰ ਯੂਨੀਅਨ ਜਿਹੜੀ ਇੱਕ ਬਹੁਤ ਵੱਡੀ ਤਾਕਤ ਰੱਖਦੀ ਸੀ, ਉਹ ਕਈ ਧੜਿਆਂ 'ਚ ਵੰਡੀ ਗਈ ਹੈ। ਤੇ ਇਸ ਕਰਕੇ ਉਹ ਇਕਜੁੱਟ ਪ੍ਰਭਾਵ ਨਹੀਂ ਹੈ, ਜਿਹਦੇ ਕਰਕੇ ਅਸੀਂ ਇਹ ਸਮਝ ਲਈਏ ਵੀ ਪਤਾ ਨਹੀਂ ਕਿਸੇ ਮੰਤਰੀ ਦੀ ਬਲੀ ਲੈ ਲਈ ਹੈ ਅਧਿਆਪਕਾਂ ਦੀਆਂ ਜਥੇਬੰਦੀਆਂ। ਏਦਾਂ ਦੀ ਕੋਈ ਗੱਲ ਮੈਨੂੰ ਨਹੀਂ ਲੱਗਦੀ। ਬਾਕੀ ਸ਼ਾਇਦ ਪ੍ਰੋਫੈਸਰ ਜਗੀਰ ਕਾਹਲੋਂ ਹੋਰਾਂ ਨੇ ਜ਼ਿਆਦਾ ਬਿਹਤਰ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ। ਕੋਈ ਇੱਕ ਅੱਧਾ ਧਰਨਾ ਬਰਨਾਲੇ ਦਾ ਜਾਂ ਦੋ ਚਾਰ ਧਰਨੇ ਜਿਹੜੇ ਆ ਕਿਸੇ ਮੰਤਰੀ ਦੀ ਕੁਰਸੀ ਖੋਹ ਲੈਣਗੇ, ਇਹ ਸਥਿਤੀ ਅੱਜ ਪੰਜਾਬ 'ਚ ਨਹੀਂ ਹੈ ਜੀ। ਦਸਾਂਝ ਸਾਹਿਬ, ਬਾਕੀ ਜਿੱਥੋਂ ਤੱਕ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਤੁਸੀਂ ਸ਼ਬਦ ਵਰਤਿਆ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਸਧਾਰਨਤਾ ਦੇ ਵਿੱਚ ਹੀ ਸ਼ਕਤੀ ਭਾਲਦੀ ਆ, ਤੇ ਉਹ ਲੋਕਾਂ ਨੂੰ ਘੱਟੋ ਘੱਟ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਬਿਲਕੁਲ ਆਮ ਲੋਕਾਂ ਦੀ ਪਾਰਟੀਆਂ ਤੇ ਲੋਕਾਂ ਦੇ ਵਿੱਚੋਂ ਆਏ ਹੋਏ ਲੋਕਾਂ ਨੂੰ ਅਸੀਂ ਤਰਜੀਹ ਦੇ ਆਧਾਰ ਤੇ ਅੱਗੇ ਲਿਆ ਰਹੇ ਹਾਂ। ਉਹਨਾਂ ਨੇ ਉਹ ਮਾਪਦੰਡ ਨਹੀਂ ਅਪਣਾਏ ਜਿਹੜੀਆਂ ਪਿਛਲੀਆਂ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਸੀ ਕਿ ਕੌਣ ਕਿੰਨੀ ਵਾਰ ਚੁਣਿਆ ਗਿਆ, ਕਿਹੜਾ ਸੀਨੀਅਰ ਹੈ। ਉੱਥੇ ਵੀ ਧੜੇਬਾਜ਼ੀਆਂ ਹੁੰਦੀਆਂ ਸੀ। ਮੈਂ ਜਾਣਦਾ ਕਿ ਉੱਥੇ ਵੀ ਜ਼ਰੂਰੀ ਨਹੀਂ ਸੀ ਕਿ ਕੋਈ ਸੀਨੀਅਰ ਹੈ ਤੇ ਉਹਨੂੰ ਹੀ ਮੌਕਾ ਮਿਲਦਾ ਸੀਗਾ। ਫਿਰ ਅੱਗੇ ਜਾ ਕੇ ਮਹਿਕਮਾ ਕਿਹਨੂੰ ਕਿਹੜਾ ਮਿਲਣਾ, ਉਹਦੇ ਪਿੱਛੇ ਵੀ ਤਰਜੀਹਾਂ ਕੁਝ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਤੇ ਇੱਕੋ ਹੀ ਰਹੀ ਆ ਕਿ ਜਿਹੜਾ ਮੁੱਖ ਮੰਤਰੀ ਦੇ ਸਭ ਤੋਂ ਨੇੜੇ ਹੋਵੇ, ਮੁੱਖ ਮੰਤਰੀ ਨੂੰ ਆਪਣਾ ਬਣਦਾ ਹਿੱਸਾ ਪਹੁੰਚਾ ਸਕਦਾ ਹੋਵੇ, ਉਹ ਵਿਅਕਤੀ ਅੱਗੇ ਲਿਆਂਦੇ ਜਾਂਦੇ ਰਹੇ ਆ। ਤੇ ਹੁਣ ਪਤਾ ਨਹੀਂ ਹਿੱਸਾ ਆਉਣਾ ਕਿ ਨਹੀਂ ਆਉਣਾ। ਘੱਟੋ ਘੱਟ ਇੱਕ ਗੱਲ ਤੇ ਜ਼ਰੂਰ ਆ ਕਿ ਇਹ ਜਥੇਬੰਦੀ ਇਹ ਮਹਿਸੂਸ ਕਰਦੀ ਆ ਕਿ ਕੋਈ ਵਿਅਕਤੀ ਦਾ ਕੱਦ ਬੁੱਤ ਏਡਾ ਉੱਚਾ ਨਾ ਹੋਵੇ ਜਿਹੜਾ ਸਾਡੇ ਬਰਾਬਰ ਆ ਕੇ ਖੜਾ ਹੋ ਸਕੇ। ਉਹਨੂੰ ਸ਼ਾਇਦ ਕੇਜਰੀਵਾਲ ਰਾਂ ਦੀ ਸ਼ੁਰੂ ਤੋਂ ਨੀਤੀ ਰਹੀ ਆ ਕਿ ਉਹਨੂੰ ਉਹ ਪੰਜਾਬੀ 'ਚ ਕਹੀਏ ਤੇ ਉੱਗਣ ਹੀ ਨਹੀਂ ਦਿੰਦੇ। ਇਹ ਵੀ ਇੱਕ ਕਾਰਨ ਕਿਤੇ ਨਾ ਕਿਤੇ ਨਜ਼ਰ ਆਉਂਦਾ। ਨਹੀਂ ਤਾਂ ਜਿੰਨਾ ਸੋਸ਼ਲ ਮੀਡੀਆ ਤੇ ਪ੍ਰੈਸ਼ਰ ਹੈ ਲੋਕਾਂ ਦਾ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ, ਕਿਉਂਕਿ ਬਰਗਾੜੀ ਵਾਲੀਆਂ ਘਟਨਾਵਾਂ ਨਾਲ ਜਿਹੜੀ ਆ ਲੋਕ ਆ ਬਹੁਤ ਨੇੜਿਓਂ ਜੁੜੇ ਹੋਏ ਆ, ਔਰ ਲੋਕਾਂ ਨੂੰ ਬੜੀਆਂ ਵੱਡੀਆਂ ਉਮੀਦਾਂ ਸੀ ਵੀ ਸ਼ਾਇਦ ਆਉਂਦੇ ਹੀ ਕੁੰਵਰ ਵਿਜੇ ਪ੍ਰਤਾਪ ਆ ਜਾਣਗੇ ਤੇ ਉਹਨਾਂ ਨੂੰ ਉਹ ਹੋਮ ਮਿਨਿਸਟਰ ਬਣਾ ਦੇਣਗੇ, ਪੁਲਿਸ ਦੀ ਤਾਕਤ ਉਹਨਾਂ ਕੋਲ ਆ ਜਾਊਗੀ ਤੇ ਉਹ ਪੰਜਾਬ ਦੇ ਵਿੱਚ ਇੱਕ ਨਵਾਂ ਇੱਕ ਇਤਿਹਾਸ ਹੀ ਸਿਰਜ ਦੇਣਗੇ ਪੁਲਿਸਿੰਗ ਦਾ, ਖਾਸ ਕਰਕੇ ਕਿਉਂਕਿ ਉਹਨਾਂ ਨੂੰ ਵੀ ਬੜੇ ਧੜੱਲੇਦਾਰ ਅਫਸਰ ਤੇ ਇਮਾਨਦਾਰ ਅਫਸਰ ਕਿਹਾ ਜਾਂਦਾ। ਕਹਿਣ ਵਾਲੇ ਤੇ ਕੰਟਰਾਵਰਸੀ ਕਹਿੰਦੇ ਆ, ਪਰ ਉਹ ਕੰਟਰਾਵਰਸੀ ਮੈਂ ਨਹੀਂ ਕਹਿੰਦਾ, ਕਿਉਂਕਿ ਜਿਹੜਾ ਬੰਦਾ ਦੁਨੀਆ ਤੋਂ ਅਲੱਗ ਹੋ ਕੇ ਚੱਲਦਾ ਉਹ ਹਮੇਸ਼ਾ ਕੰਟਰਾਵਰਸੀ ਦਾ ਸ਼ਿਕਾਰ ਹੁੰਦਾ। ਤੇ ਕੁੰਵਰ ਵਿਜੇ ਪ੍ਰਤਾਪ ਦਾ ਇਤਿਹਾਸ ਇਹ ਆ, ਜੇ ਉਹਨਾਂ ਦੀ ਪੂਰੀ ਪੁਲਿਸਿੰਗ ਦਾ ਵੇਖੀਏ, ਜਿੰਨਾ ਚਿਰ ਉਹ ਅੰਮ੍ਰਿਤਸਰ 'ਚ ਰਹੇ ਆ, ਤੁਹਾਨੂੰ ਯਾਦ ਹੋਵੇਗਾ ਕਿ ਕਿਡਨੀ ਰੈਕਟ ਉਹਨਾਂ ਨੇ ਨੰਗਾ ਕੀਤਾ ਸੀਗਾ। ਇੱਥੋਂ ਤੱਕ ਮੈਂ ਸੁਣਦਾ ਰਿਹਾ ਕਿ ਉਹ ਬਾਦਲ ਸਾਹਿਬ ਦੇ ਅੱਗੇ ਵੀ ਆਕੜ ਜਾਂਦੇ ਹੁੰਦੇ ਸੀਗੇ। ਜੋਸ਼ੀ ਵਾਲਾ ਐਪੀਸੋਡ ਆਪਾਂ ਸਾਰੇ ਜਾਣਦੇ ਹਾਂ। ਇਸੇ ਵਿਅਕਤੀ ਨੂੰ ਜਿਹੜਾ ਬੰਦਾ ਸਿਰ ਚੁੱਕ ਕੇ ਖੜਾ ਹੋ ਸਕਦਾ, ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ ਅੱਜ ਦੇ ਯੁੱਗ 'ਚ। ਦੇਖੋ ਕੀ ਕਾਰਨ ਰਹੇ ਹੋਣਗੇ ਕਿ ਉਹਨਾਂ ਨੂੰ ਜਿਹੜਾ ਕਿਸੇ ਮਤਲਬ ਖਾਸ ਤੌਰ ਤੇ ਗ੍ਰਹਿ ਮੰਤਰੀ ਦੇ ਤੌਰ ਦੇ ਉੱਤੇ ਸਾਰੇ ਲੋਕ ਇਹ ਸਮਝਦੇ ਸੀ ਵੀ ਉਹ ਆਉਣਗੇ। ਕੀ ਕਾਰਨ ਰਹੇ ਹੋਣਗੇ, ਅਸਲ ਕਾਰਨ ਕੀ ਹੋਣਗੇ, ਇਹ ਤਾਂ ਉਹੀ ਜਾਣਦੇ ਹੋਣਗੇ। ਪਰ ਇਹ ਗੱਲ ਜ਼ਰੂਰ ਹੈ ਕਿ ਇਹ ਨੈਰੇਟਿਵ ਜਿਹੜਾ ਉਸਰ ਰਿਹਾ ਵੀ ਅਰਵਿੰਦ ਕੇਜਰੀਵਾਲ ਹੋਵੇ ਜਾਂ ਭਗਵੰਤ ਮਾਨ ਹੋਰੀ ਹੋਣ, ਇਹ ਕਦੇ ਵੀ ਜਿਹੜੇ ਆ
ਆਪਣੇ ਕੈਲੀਬਰ ਤੋਂ ਉੱਪਰਲੇ ਕੈਲੀਬਰ ਵਾਲੇ ਬੰਦੇ ਨੂੰ ਜਿਹੜੇ ਆ ਉਹ ਬਰਾਬਰ ਦੀ ਤਾਕਤ ਜਿਹੜੀ ਉਹ ਦਿੰਦੇ ਨਹੀਂ ਹੈ। ਸਗੋਂ ਜਿੱਥੇ ਮਹਿਸੂਸ ਹੁੰਦਾ ਕਿ ਜਿਹੜਾ ਵਿਅਕਤੀ ਹੈ ਇਹ ਸਾਡੇ ਤੋਂ ਵੀ ਪਾਰ ਜਾ ਸਕਦਾ ਹੈ ਤੇ ਕਦੇ ਮੇਰੇ ਲਈ ਖਤਰਾ ਸਾਬਤ ਹੋ ਸਕਦਾ ਹੈ, ਤੇ ਉਹ ਫਿਰ ਬੜੀ ਵਿਉਂਤਬੰਦੀ ਦੇ ਨਾਲ ਉਹਨਾਂ ਨੂੰ ਕਰਦੇ ਰਹੇ ਨੇ, ਦ੍ਰਿਸ਼ ਤੋਂ ਪਰੇ ਕਰਦੇ ਰਹੇ ਨੇ, ਸਕਰੀਨ ਤੋਂ ਪਰੇ ਕਰਦੇ ਰਹੇ ਨੇ। ਦਿੱਲੀ ਦੇ ਵਿੱਚ ਵੀ ਇਹੀ ਕੁਝ ਵਾਪਰਿਆ। ਅਸੀਂ ਦੇਖਿਆ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਮਿੱਤਰਾਂ ਨੂੰ, ਜਿਹੜੇ ਇਹਨਾਂ ਦੇ ਬਾਨੀ ਸੀਗੇ ਇੱਕ ਕਿਸਮ ਦੇ ਆਮ ਆਦਮੀ ਪਾਰਟੀ ਦੀਆਂ ਨੀਆਂ ਜਿਨ੍ਹਾਂ ਨੇ ਰੱਖੀਆਂ ਜਾਂ ਨੀਆਂ ਬਣੇ, ਉਹ ਚਾਹੇ ਭਾਰਤ ਭੂਸ਼ਣ ਹੋਵੇ ਤੇ ਚਾਹੇ ਕੁਮਾਰ ਵਿਸ਼ਵਾਸ ਹੋਵੇ, ਚਾਹੇ ਜੋਗਿੰਦਰ ਯਾਦਵ ਹੋਵੇ, ਕੁਝ ਹੋਰ ਦੋਸਤ ਵੀ ਇਹਨਾਂ ਦੇ ਆਸ਼ੂਤੋਸ਼ ਹੋਵੇ, ਜਿਹੜੇ ਵੱਡੇ ਵੱਡੇ ਕੈਰੀਅਰ ਆਪਣੇ ਛੱਡ ਕੇ ਆਏ ਸੀ ਤੇ ਕਹਿ ਕੇ ਆਏ ਸੀ ਕਿ ਅਸੀਂ ਰਲ ਕੇ ਸਿਆਸਤ ਕਰਨ ਨਹੀਂ ਆਏ, ਸਿਆਸਤ ਬਦਲਣ ਆਏ ਆ। ਉਹਨਾਂ ਨੂੰ ਕਿਵੇਂ ਇੱਕ ਇੱਕ ਕਰਕੇ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਗਿਆ। ਤੇ ਇੱਥੇ ਪੰਜਾਬ 'ਚ ਵਾਪਰਿਆ ਵੀ ਜਿੱਦਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੇ ਆਪਣੀਆਂ ਜੜ੍ਹਾਂ ਲਾਉਣੀਆਂ ਸ਼ੁਰੂ ਕੀਤੀਆਂ, ਉਦਾਂ ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਨੇ ਉਹ ਜੜ੍ਹਾਂ ਲਾਉਣ ਦਾ ਜਿਹੜਾ ਪਹਿਲਾ ਕਰਮ ਕੀਤਾ ਸੀ, ਉਹ ਕਿਤੇ ਹੌਲੀ ਹੌਲੀ ਜਿਹੜੇ ਆ ਦਿਖਾਈ ਦੇਣੋਂ ਹਟ ਗਏ। ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਜਸਵੰਤ ਸਿੰਘ ਕੰਵਲ ਉਹਨਾਂ ਦਾ ਦੋਤਾ ਜਿਹੜਾ ਆ ਸੁਮੇਲ ਸਿੰਘ ਸਿੱਧੂ, ਉਹ ਪਹਿਲਾ ਕਨਵੀਨਰ ਸੀ ਪੰਜਾਬ ਦਾ ਆਮ ਆਦਮੀ ਪਾਰਟੀ ਦਾ। ਜਦੋਂ ਹਲੇ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਹਾਲੇ ਸਿਰਫ ਇਹ ਦੇਖ ਰਹੀ ਸੀ ਕਿ ਅਸੀਂ ਕਿਵੇਂ ਆਪਣਾ ਫੈਲਾਅ ਜਿਹੜਾ ਪੰਜਾਬ ਦੇ ਵਿੱਚ ਕਰਨਾ, ਤੇ ਬੜੀ ਮਿਹਨਤ ਸੁਮੇਲ ਸਿੰਘ ਸਿੱਧੂ ਨੇ ਕੀਤੀ। ਬਾਕੀ ਦੋਸਤ ਵੀ, ਮਿੱਤਰ ਵੀ, ਬੁੱਧੀਜੀਵੀ ਤਬਕੇ ਚੋਂ ਵੀ ਕਈ ਲੋਕ ਆਏ, ਪ੍ਰੋਫੈਸਰ ਮਨਜੀਤ ਸਿੰਘ ਵਰਗੇ, ਤੇ ਫਿਰ ਉਸ ਤੋਂ ਬਾਅਦ ਸਿਆਸੀ ਜਮਾਤ ਦੇ ਲੋਕ ਵੀ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਵੱਧਦੇ ਹੋਏ ਪ੍ਰਭਾਵ ਨੂੰ ਦੇਖ ਕੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਬਿਹਤਰ ਸਮਝਿਆ, ਤੇ ਉਹਦੇ ਚ ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਸੁਖਪਾਲ ਸੁਖਹਿਰਾ ਤੱਕ ਤੇ ਹੋਰ ਵੀ ਬਹੁਤ ਲੋਕ ਜਿਹੜੇ ਆਏ। ਗੁਰਪ੍ਰੀਤ ਘੁੱਗੀ ਵਰਗੇ, ਗੁਰਪ੍ਰੀਤ ਘੁੱਗੀ ਨੂੰ ਵੀ ਕਨਵੀਨਰ ਬਣਾਇਆ ਗਿਆ, ਪਰ ਫਿਰ ਚੋਣਾਂ ਵੀ ਲੜੀਆਂ ਇਹਨਾਂ ਲੋਕਾਂ ਨੇ, ਪਰ ਹੌਲੀ ਹੌਲੀ ਉਹਨਾਂ ਸਾਰਿਆਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਭਗਵੰਤ ਮਾਨ ਸਰਵੇ ਸਰਵਾ ਹੋ ਗਏ। ਉਧਰ ਦਿੱਲੀ 'ਚ ਅਰਵਿੰਦ ਕੇਜਰੀਵਾਲ, ਤੇ ਇਸ ਮਾਮਲੇ 'ਚ ਦੋਨਾਂ ਨੇ ਲਗਭਗ ਇੱਕੋ ਜਿਹਾ ਐਟੀਟਿਊਡ ਜਿਹੜਾ ਆ ਉਹ ਰੱਖਿਆ। ਤੇ ਹੁਣ ਵੀ ਕੁੰਵਰ ਵਿਜੇ ਪ੍ਰਤਾਪ ਦੇ ਹਵਾਲੇ ਨਾਲ ਏਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਸ਼ਾਇਦ ਉਹਨਾਂ ਤੋਂ ਇੱਕ ਖਤਰਾ ਮਹਿਸੂਸ ਹੁੰਦਾ ਹੈ ਭਗਵੰਤ ਮਾਨ ਨੂੰ, ਤੇ ਇਸ ਕਰਕੇ ਉਹਨਾਂ ਨੂੰ ਕਿਸੇ ਖਾਸ ਤੌਰ ਤੇ ਗ੍ਰਹਿ ਵਿਭਾਗ ਤੱਕ ਹੀ ਜਿਹੜਾ ਕਿਸੇ ਵੀ ਮੰਤਰਾਲੇ ਵੱਲ ਜਿਹੜਾ ਉਹਨਾਂ ਨੂੰ ਹਾਲੇ ਨਹੀਂ ਲਿਆਂਦਾ ਗਿਆ। ਉਂਝ ਇਹ ਜ਼ਰੂਰ ਹੈ ਕਿ ਹਾਲੇ 3 ਸੀਟਾਂ ਖਾਲੀ ਹੈ, ਪਰ ਜੇ 3 ਸੀਟਾਂ ਖਾਲੀ ਹੈ ਤੇ ਜਿਹੜੇ ਸੀਨੀਅਰ ਲੋਕ ਨੇ ਉਹ ਪਹਿਲੇ 15 ਦੇ ਵਿੱਚ ਨਾ ਆ ਸਕਣ, ਇਹ ਹੋ ਸਕਦਾ ਹੈ ਕਿ ਉਹ ਆਪਣੇ ਦਿਲ ਦੇ ਵਿੱਚ ਇਹਨੂੰ ਤੌਹੀਨ ਦੇ ਤੌਰ ਤੇ ਲੈਣ, ਤੇ ਕੁਝ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਦੀਆਂ ਹੋਈਆਂ ਵੀ ਅਸੀਂ ਦੇਖ ਸਕਦੇ ਹਾਂ। ਜੀ ਦਸਾਂਝ ਸਾਹਿਬ, ਥੋੜ੍ਹਾ ਜਿਹਾ ਵੈਸੇ ਪ੍ਰੋਗਰਾਮ ਤੋਂ ਹਟਵਾਂ ਸਵਾਲ ਆ, ਥੋੜ੍ਹਾ ਫਿਲੋਸਫੀਕਲ ਸਵਾਲ ਤੁਹਾਡੇ ਨਾਲ ਕਰ ਲਾਂ ਸਾਂਝਾ। ਉੱਦਾਂ ਤੇ ਆਪਾਂ ਗੱਲਾਂ ਕਰਨੀਆਂ ਨੇ ਕੈਬਨਿਟ ਦੇ ਤੇ ਉਹਨਾਂ ਦੇ ਮੰਤਰੀਆਂ ਦੇ ਕੰਮਕਾਰ ਤੇ ਕਿਹੜੇ ਮਹਿਕਮੇ ਕਿਉਂ ਮਿਲੇ, ਕਿਸ ਤਰ੍ਹਾਂ ਉੱਤੇ ਗੱਲਾਂ ਕਰਦੇ ਰਹਾਂਗੇ। ਇੱਕ ਸਵਾਲ ਮੇਰੇ ਦਿਮਾਗ 'ਚ ਹੈ, ਤੁਸੀਂ ਨਾਂ ਲਿਆ ਜਸਵੰਤ ਕੰਵਲ ਇਹਨਾਂ ਦੇ ਦੋਤੇ ਦਾ, ਕਿ ਉਹ ਪਹਿਲੀਆਂ ਦੇ ਵਿੱਚ ਸੀਗੇ ਆਮ ਆਦਮੀ ਪਾਰਟੀ ਦੇ ਕਨਵੀਨਰ। ਇਸੇ ਤਰ੍ਹਾਂ ਹੀ ਪ੍ਰੋਫੈਸਰ ਮਨਜੀਤ ਸਿੰਘ ਸੀਗੇ, ਤੇ ਇਸੇ ਤਰ੍ਹਾਂ ਮੈਂ ਇੱਥੇ ਦੇਖਦਾ ਜਿਹੜੇ NRI ਬਹੁਤ ਨੇੜਿਓਂ ਜੁੜੇ ਸੀ ਪਾਰਟੀ ਨਾਲ, ਜਿਹੜੇ ਇਹ ਸਮਝਦੇ ਸੀ ਕਿ ਪਾਰਟੀ ਨੇ ਬੜਾ ਵੱਡਾ ਇਨਕਲਾਬ ਲਿਆ ਦੇਣਾ ਆ। ਸਾਡੇ ਨੇ ਇੱਥੇ ਨਾਂ ਲੈ ਕੇ ਗੱਲ ਕਰਨ ਦੀ ਕੋਈ ਨਹੀਂ, ਸਾਡੇ ਇੱਥੇ ਜੱਜ ਰਹੇ ਨੇ ਇਮੀਗ੍ਰੇਸ਼ਨ ਦੇ, ਸਾਡੇ ਬੜੇ ਅੱਛੇ ਮਿੱਤਰ ਨੇ, ਉਹਨਾਂ ਦਾ ਨਾਮ ਹੀ ਹਰਜੀਤ ਸਿੰਘ ਆ, ਹਰਜੀਤ ਸਿੰਘ ਧਾਰੀਵਾਲ। ਵੈਸੇ ਉਹਨਾਂ ਨੂੰ ਹੈਰੀ ਧਾਰੀਵਾਲ ਕਰਕੇ ਜਾਣਿਆ ਜਾਂਦਾ। ਬਹੁਤ ਜ਼ਿਆਦਾ ਉਹ ਪ੍ਰਸ਼ੰਸਕ ਸੀਗੇ, ਤੇ ਤੁਸੀਂ ਕਿਤੇ ਪੁਰਾਣੀਆਂ ਵੀਡੀਓ ਵੇਖੋ 2017 ਦੀਆਂ, ਤੇ ਉਹ ਰੰਗ ਬਰੰਗੀ ਪਗੜੀ ਬੰਨ੍ਹ ਕੇ ਤੇ ਜਗ੍ਹਾ ਜਗ੍ਹਾ ਢੋਲ ਦੇ ਡੱਗੇ ਤੇ ਨੱਚਦੇ ਦਿਖੇ ਸਾਨੂੰ। ਔਰ ਮੈਂ ਵੀ ਉਹਨਾਂ ਨਾਲ ਕਈ ਜਗ੍ਹਾ ਸ਼ਾਮਲ ਹੋਇਆ, ਵੇਖਿਆ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਜਨੂਨ ਸੀਗਾ। ਪਰ ਇਹ ਲੋਕ ਜਿਹੜੇ ਪਾਰਟੀ 'ਚੋਂ ਜਾਂ ਤਾਂ ਬਹੁਤ ਨੇੜੇ ਉਹਨਾਂ ਨੇ ਕੁਝ ਐਸਾ ਕੁਝ ਵੇਖ ਲਿਆ, ਜਦੋਂ ਪਾਰਟੀ ਤੋਂ ਛੱਡ ਕੇ ਚਲੇ ਜਾਂਦੇ ਆ, ਤੇ ਇਹਨਾਂ ਦਾ ਐਟੀਟਿਊਡ ਬਿਲਕੁਲ ਉੱਦਾਂ ਹੁੰਦਾ ਜਿੱਦਾਂ ਇੱਕ ਵਿਅਕਤੀ ਧਰਮ ਛੱਡ ਕੇ ਚਲ ਜਾਂਦਾ ਤੇ ਉਸ ਧਰਮ ਪ੍ਰਤੀ ਉਹ ਬੜਾ ਕ੍ਰਿਟਿਕ ਹੋ ਜਾਂਦਾ। ਮੈਂ ਬਹੁਤ ਸਾਰੇ ਨਿਰੰਕਾਰੀ ਵੀਰਾਂ ਨੂੰ ਜਾਣਦਾ ਜਿਹੜੇ ਸਿੱਖੀ ਛੱਡ ਕੇ ਗਏ ਆ, ਰਾਧਾ ਸਵਾਮੀਆਂ ਨੂੰ ਜਾਣਦਾ, ਜਾਂ ਕਿਸੇ ਬਾਬੇ ਦੇ ਚੇਲਿਆਂ ਨੂੰ ਜਾਣਦਾ। ਉਹ ਸਭ ਤੋਂ ਵੱਡੇ ਆਲੋਚਕ ਉਸ ਧਰਮ ਦੇ ਹੁੰਦੇ ਆ ਜਿਹੜੇ ਧਰਮ ਨੂੰ ਉਹ ਛੱਡ ਕੇ ਗਏ ਹੁੰਦੇ ਆ। ਇਸੇ ਤਰ੍ਹਾਂ ਹੀ ਪਾਰਟੀ ਦੇ ਮਾਮਲੇ 'ਚ ਵੀ ਮੈਂ ਵੇਖ ਰਿਹਾ, ਜਿਹੜੇ ਬਹੁਤ ਜ਼ਿਆਦਾ ਨੇੜੇ ਸੀ। ਮੈਂ ਹੈਰੀ ਧਾਰੀਵਾਲ ਵਾਲੇ ਨਾਲ ਬਹੁਤ ਪ੍ਰੋਗਰਾਮ ਕੀਤੇ ਉਹਨਾਂ ਦਿਨਾਂ 'ਚ, ਤੇ ਉਹ ਕਹਿੰਦੇ ਹੁੰਦੇ ਸੀ ਜੀ ਹੁਣ ਸਾਨੂੰ ਬੰਦੂਕਾਂ ਦੀ ਲੋੜ ਨਹੀਂ, ਹੁਣ ਸਾਨੂੰ ਕੁਛ ਬਦਲਣ ਲਈ ਕਿਸੇ ਚੀਜ਼ ਦੀ ਲੋੜ ਨਹੀਂ ਇਨਕਲਾਬ ਦੀ, ਹੁਣ ਤੇ ਤੁਹਾਡੇ ਹੱਥ 'ਚ ਫੜਿਆ ਮੋਬਾਈਲ ਜਿਹੜਾ ਉਹ ਇੱਕ ਵੱਡਾ ਐਟਮ ਬੰਬ ਆ,
ਤੁਸੀਂ ਉਹਦੀ ਵੀਡੀਓ ਪਾ ਕੇ ਇਹ ਕਰ ਸਕਦੇ ਹੋ। ਤੇ ਅੱਜ ਉਹ ਸਾਰੇ ਹੀ ਉਹਨਾਂ ਦੇ ਇੰਨੇ ਵੱਡੇ ਕ੍ਰਿਟਿਕ ਨੇ ਕਿ ਉਹਨਾਂ ਨੂੰ ਪਾਰਟੀ ਦਾ ਕੋਈ ਕੰਮ ਵੀ ਮਤਲਬ ਜਿਹੜਾ ਵਾ ਉਹ ਚੰਗਾ ਜਾਂ ਸਿੱਧਾ ਦਿਖਦਾ ਹੀ ਨਹੀਂ। ਹਰ ਕੰਮ ਉਹਨਾਂ ਨੂੰ ਲੱਗਦਾ ਕਿ ਇਹ ਸਾਜ਼ਿਸ਼ ਹੈ, ਇਹ ਗਲਤ ਹੈ। ਇਸੇ ਤਰ੍ਹਾਂ ਹੀ ਪ੍ਰੋਫੈਸਰ ਮਨਜੀਤ ਸਿੰਘ ਦਾ ਐਟੀਟਿਊਡ ਹੈ, ਇਸੇ ਤਰ੍ਹਾਂ ਹੀ ਬਾਕੀਆਂ ਲੋਕਾਂ ਦਾ। ਹਾਂ, ਛੋਟੇਪੁਰ ਏਰੀ ਟਿਕਾਣੇ ਲੱਗ ਗਏ, ਖੈਰੇ ਏਰੀ ਟਿਕਾਣੇ ਲੱਗ ਗਏ, ਕਿਸੇ ਹੋਰ ਪਾਰਟੀਆਂ ਚਲ ਗਏ, ਉਹਨਾਂ ਕੋਲ ਲੌਜਿਕ ਰਿਹਾ ਨਹੀਂ ਗੱਲ ਕਰਨ ਦਾ। ਜੇ ਉਹ ਸਿਆਸਤ ਛੱਡ ਕੇ ਬੈਠੇ ਹੁੰਦੇ, ਉਹ ਦੂਜੀਆਂ ਪਾਰਟੀਆਂ ਦਾ ਪੱਲਾ ਨਾ ਫੜਦੇ, ਤੇ ਸ਼ਾਇਦ ਉਹ ਵੀ ਉਸ ਤਰ੍ਹਾਂ ਦਾ ਐਟੀਟਿਊਡ ਲੈ ਕੇ ਆਉਂਦੇ ਸਾਹਮਣੇ ਜਿਹੜਾ ਇਹ ਗਏ ਨੇ। ਇਹਦੇ ਪਿੱਛੇ ਕੀ ਕੋਈ ਤੁਹਾਨੂੰ ਲੱਗਦਾ ਹੈ ਕਿ ਮਨੁੱਖ ਦੇ ਸੁਭਾਅ ਦਾ ਹਿੱਸਾ ਹੈ, ਜਾਂ ਉਹਨੂੰ ਕੋਈ ਨਾਰਾਜ਼ਗੀਆਂ ਇੱਦਾਂ ਦੀਆਂ ਉਤਪੰਨ ਹੋ ਜਾਂਦੀਆਂ, ਜਾਂ ਉਹਨਾਂ ਨੇ ਨੇੜਿਓਂ ਇੰਨਾ ਕੁਝ ਵੇਖ ਲਿਆ ਹੁੰਦਾ ਕਿ ਫਿਰ ਉਹਨਾਂ ਨੂੰ ਐਂ ਲੱਗਦਾ ਕਿ ਉੱਥੇ ਹੈ ਹੀ ਕੱਖ ਨਹੀਂ? ਦੇਖੋ, ਇਹ ਜਿਹੜੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ, ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਉਹਨਾਂ ਨੂੰ, ਪਰ ਮੈਂ ਇੱਥੇ ਜਿਹਨਾਂ ਦਾ ਜ਼ਿਕਰ ਤੁਸੀਂ ਕੀਤਾ, ਚਾਹੇ ਪ੍ਰੋਫੈਸਰ ਮਨਜੀਤ ਸਿੰਘ ਹੈ ਜਾਂ ਕੋਈ ਵੀ ਹੈ, ਸਾਡੇ ਮਿੱਤਰ ਨੇ ਸਾਰੇ। ਇਹਨਾਂ ਨੂੰ ਜੇ ਤੁਸੀਂ ਇਹਨਾਂ ਦਾ ਇਤਿਹਾਸ ਦੇਖੋਗੇ, ਇਹ ਲਹਿਰਾਂ ਦੇ ਨਾਲ ਨਾਲ ਤਬਦੀਲ ਹੁੰਦੇ ਗਏ ਆ। ਇਹਨਾਂ ਦੀ ਕੋਈ ਇੱਕ ਆਈਡੀਓਲੋਜੀ ਜਿਹਦੇ ਵਿੱਚ ਇੱਕ ਸਟੇਬਿਲਿਟੀ ਚਾਹੀਦੀ ਹੈ, ਉਹਦੇ 'ਚ ਬਦਲਾਅ ਹੋਣੇ ਜ਼ਰੂਰੀ ਹੈ, ਪਰ ਇੱਕ ਵਿਚਾਰਧਾਰਕ ਤੌਰ ਦੇ ਉੱਤੇ ਜ਼ਮੀਨ ਜਿਹੜੀ ਆ ਬੜੀ ਵੀਕ ਰਹੀ ਹੈ। ਜਿੱਦਾਂ ਜਸਵੰਤ ਸਿੰਘ ਕੰਵਲ ਦਾ ਜ਼ਿਕਰ ਵੀ ਤੁਸੀਂ ਕਰ ਰਹੇ ਹੋ, ਉਹਨਾਂ ਦੇ ਦੋਤੇ ਜਿਹੜੇ ਆ ਸੁਮੇਲ ਸਿੰਘ ਸਿੱਧੂ ਮੇਰੇ ਮਿੱਤਰ ਨੇ, ਉਹ ਬਹੁਤ ਤਰਦੀ ਜਿਹੜੀ ਆਈਡੀਓਲੋਜੀ ਆ, ਜਿੱਦਾਂ ਖੁਦ ਜਸਵੰਤ ਸਿੰਘ ਕੰਵਲ ਰਹੇ, ਉਸੇ ਤਰ੍ਹਾਂ ਦੀ ਆਈਡੀਓਲੋਜੀ ਨੂੰ ਜਿਹੜੇ ਆ ਉਹ ਲੈ ਕੇ ਤੁਰਦੇ ਆ। ਬਦਲਦੇ ਸਮਿਆਂ ਦੇ ਵਿੱਚ ਹਰ ਲਹਿਰ ਦੇ ਨਾਲ ਨੇੜਤਾ ਤੇ ਫਿਰ ਉਸ ਲਹਿਰ ਦੇ ਵਿਰੋਧ ਦੇ ਵਿੱਚ ਵੀ ਭੁਗਤਣਾ। ਜਸਵੰਤ ਸਿੰਘ ਕੰਵਲ ਹੋਰਾਂ ਦਾ ਜੇ ਟੋਟਲ ਤੁਸੀਂ ਜਿਹੜਾ ਦੇਖੋਗੇ, ਉਹਨਾਂ ਦੀ ਨਾਵਲਕਾਰੀ ਜਿਹੜੀ ਹੈ, ਉਹ ਜਿੰਨੀਆਂ ਵੀ ਲਹਿਰਾਂ ਆਈਆਂ, ਉਹਨਾਂ ਲਹਿਰਾਂ ਦੇ ਹਮਦਰਦ ਦੇ ਤੌਰ ਤੇ ਨਜ਼ਰ ਆਏ, ਤੇ ਕੇਂਦਰ ਬਿੰਦੂ ਉਹਨਾਂ ਦਾ ਇਹ ਰਿਹਾ, ਪੰਜਾਬੀ ਬੰਦੇ ਨੂੰ ਉਹਨਾਂ ਨੇ ਆਪਣੇ ਰੱਖਿਆ ਕੇਂਦਰ ਦੇ ਵਿੱਚ, ਵੀ ਪੰਜਾਬ ਜਿਹੜਾ ਆ ਉਹਨਾਂ ਵਾਸਤੇ ਅਹਿਮ ਰਿਹਾ, ਵੀ ਹਾਂ ਪੰਜਾਬ ਜਿਹੜਾ ਆ ਉਹ ਜਾਨੀ ਪੰਜਾਬ ਨੂੰ ਮੁਹੱਬਤ ਦਾ, ਇੱਕ ਪੰਜਾਬ ਨੂੰ ਪਿਆਰ ਕਰਨ ਦਾ ਇੱਕ ਫਲਸਫਾ ਜਿਹੜਾ, ਤੇ ਕਿਹੜੇ ਲੋਕ ਨਵੇਂ ਆ ਰਹੇ ਆ, ਤੇ ਉਹੀ ਇਹ ਪੰਜਾਬ ਨੂੰ ਜਿਹੜਾ ਆ ਬਦਲ ਸਕਦੇ, ਇਸ ਧਰਤੀ ਨੂੰ, ਪੰਜਾਬ ਦੀ ਧਰਤੀ ਨੂੰ ਜਿਹੜਾ ਕੁਝ ਨਵੇਂ ਆयाम ਦੇ ਸਕਦੇ ਆ। ਉਹਨਾਂ ਵਾਸਤੇ ਕਿਸੇ ਵੇਲੇ ਜਿਹੜੀ ਨਕਸਲੀ ਮੂਵਮੈਂਟ ਹੈ ਉਹ ਇੱਕ ਆਦਰਸ਼ ਬਣਦੀ ਹੈ, ਜਦੋਂ ਨਾਵਲ ਲਿਖਦੇ ਨੇ ਲਹੂ ਦੀ ਲੋ, ਅਨਿਆਂ ਚੋਂ ਉੱਠੇ ਸੂਰਮਾ, ਤੇ ਫਿਰ ਜਿੱਦਾਂ ਪੰਜਾਬ ਦੀ ਸਥਿਤੀ ਬਦਲਦੀ ਆ, ਖਾਲਿਸਤਾਨੀ ਮੂਵਮੈਂਟ ਆਉਂਦੀ ਹੈ, ਫਿਰ ਉਹਨਾਂ ਵਾਸਤੇ ਉਹ ਖਾੜਕੂਸ ਜਿਹੜਾ ਸੰਘਰਸ਼ ਹੈ, ਉਹ ਪੰਜਾਬ ਦੀ ਤਬਦੀਲੀ ਦਾ ਜਿਹੜਾ ਸਭ ਤੋਂ ਵੱਡਾ ਉਹਨਾਂ ਨੂੰ ਲੱਗਦਾ ਕਿ ਜ਼ਰੀਆ ਬਣ ਸਕਦਾ ਹੈ। ਤੇ ਫਿਰ ਉਹ ਲਹੂ ਦੀ ਲੋ ਉਦੋਂ ਲਿਖਦੇ ਆ, ਪਹਿਲਾਂ ਨਕਸਲੀ ਮੂਵਮੈਂਟ ਵੇਲੇ ਲਹੂ ਦੀ ਲੋ ਲਿਖਦੇ ਆ, ਫਿਰ ਐਨਿਆਂ ਚ ਉੱਠੇ ਸੂਰਮਾ ਲਿਖਦੇ ਆ ਖਾਲਿਸਤਾਨੀ ਮੂਵਮੈਂਟ ਵੇਲੇ। ਫਿਰ ਬਦਲਦੇ ਹੋਏ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੇ ਅੰਤਰਰਾਜੀ ਮਜ਼ਦੂਰ ਹੈ ਉਹ ਭਈਏ ਲੱਗਣ ਲੱਗ ਪੈਂਦੇ ਆ, ਤੇ ਉਹਨਾਂ ਨੂੰ ਡਰ ਲੱਗਣ ਲੱਗ ਪੈਂਦਾ ਕਿ ਕਿਸੇ ਵੇਲੇ ਪੰਜਾਬ ਦਾ ਮੁੱਖ ਮੰਤਰੀ ਕੋਈ ਭਈਆ ਬਣ ਸਕਦਾ। ਇਹ ਜਿਹੜੀ ਬਹੁਤ ਅਸਥਿਰ ਕਿਸਮ ਦੀ ਜਿਹੜੀ ਇੱਕ ਮਾਨਸਿਕਤਾ, ਜਾਂ ਕਹਿ ਲਓ ਵੀ ਇੱਕ ਵਿਚਾਰਧਾਰਾ ਜਿਹੜੀ ਪਰਪੱਕ ਨਹੀਂ ਹੁੰਦੀ, ਵੀ ਤੁਸੀਂ ਵਿਚਾਰਧਾਰਕ ਤੌਰ ਤੇ ਕਮਜ਼ੋਰ ਬੜੇ ਹੁੰਦੇ ਆ, ਇਸ ਕਰਕੇ ਤੁਸੀਂ ਰੌਂ ਦੇ ਵਿੱਚ ਜਾਂਦੇ ਹੋ। ਤੇ ਜਿਹੜੇ ਵਿਚਾਰਧਾਰਕ ਤੌਰ ਤੇ ਮਜ਼ਬੂਤ ਲੋਕ ਹੁੰਦੇ ਆ, ਉਹ ਟੈਂਪਰੇਰੀ ਪੋਲਿਟਿਕਸ 'ਚ ਨਹੀਂ ਜਾਂਦੇ, ਰੌਂ 'ਚ ਨਹੀਂ ਜਾਂਦੇ। ਇਹ ਲੋਕ ਨਿਰਾਸ਼ ਵੀ ਇਸੇ ਕਰਕੇ ਬੜੀ ਜਲਦੀ ਹੋ ਜਾਂਦੇ ਆ। ਇਸੇ ਕਰਕੇ ਆਮ ਆਦਮੀ ਪਾਰਟੀ ਲਈ ਬਹੁਤ ਵੱਡੇ ਪੱਧਰ ਦੇ ਉੱਤੇ 2017 ਦੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਲੋਕਾਂ ਦਾ ਬਹੁਤ ਵੱਡਾ ਉਭਾਰ ਹੁੰਦਾ ਉਸ ਤਬਕੇ ਚੋਂ, ਜਿਹੜਾ ਐਕਟਿਵਲੀ ਜਿਹੜਾ ਸਰਗਰਮ ਰਹਿੰਦਾ ਹਮੇਸ਼ਾ ਸੁਸਾਇਟੀ ਦੇ ਵਿੱਚ। ਤੇ 2022 ਦੇ ਵਿੱਚ ਅਸੀਂ ਦੇਖਦੇ ਹਾਂ ਵੀ ਲੱਗਦਾ ਹੀ ਨਹੀਂ ਹੈ ਕਿ ਆਮ ਆਦਮੀ ਪਾਰਟੀ ਪ੍ਰਤੀ ਉਹ ਕਰੇਜ਼ ਹੈ ਜਿਹੜਾ ਕਰੇਜ਼ 2017 ਸੀ, ਪਰ ਉਹ ਕਰੇਜ਼ ਦਿਖਾਈ ਨਹੀਂ ਸੀ ਦੇ ਰਿਹਾ, ਪਰ ਅੰਡਰਕਰੰਟ ਜਿਹੜਾ ਆਮ ਬੰਦਾ ਵੋਟ ਕਰ ਗਿਆ, ਉਹਨੂੰ ਨੈਗੇਟਿਵ ਕਿਸਮ ਦੀ ਵੋਟ ਆ, ਉਹ ਮਤਲਬ ਸਰਗਰਮ ਸਮਾਜ ਦੇ ਵਿੱਚੋਂ ਲੋਕ ਦਿਖਾਈ ਨਹੀਂ ਦਿੱਤੇ ਆਮ ਆਦਮੀ ਪਾਰਟੀ ਨੇ 2022 ਚ। 2017 ਚ ਸਰਗਰਮ ਸਮਾਜ ਦੇ ਵਿੱਚੋਂ ਜਿਹੜੀ ਐਕਟਿਵ ਸੁਸਾਇਟੀ ਹੈ, ਉਹਦੇ ਚੋਂ ਜਿਹੜੇ ਵਰਦੇ ਜਿਹੜੇ ਕਹਿ ਲਓ ਚੰਗੇ ਨਾਂ ਥੇ ਵਾਲੇ ਲੋਕ ਜਿਹੜੇ ਆ, ਉਹ ਦਿਖਾਈ ਦਿੱਤੀ, ਤੇ ਲੱਗਾ ਵੀ ਵੱਡਾ ਬਦਲਾਅ ਆਏਗਾ। ਬਦਲਾਅ ਨਹੀਂ ਆਇਆ, 20 ਸੀਟਾਂ ਰਹਿ ਗਈਆਂ। 2022 ਦੇ ਵਿੱਚ ਬਿਲਕੁਲ ਉਲਟ ਸੀ, ਜਿਹੜੇ ਲੋਕ 2017 ਸੀ ਉਹ ਦਿਖਾਈ ਨਹੀਂ ਦਿੱਤੇ ਆਮ ਆਦਮੀ ਪਾਰਟੀ ਦੇ ਐਕਟਿਵ ਜਿਹੜੀ ਸੁਸਾਇਟੀ ਦੇ ਲੋਕ ਹੈ ਹੀ ਨਹੀਂ ਸੀ, ਤੇ ਕਿਸੇ ਨੂੰ ਯਕੀਨ ਹੀ ਨਹੀਂ ਸੀ ਵੀ ਇਹ ਜਿਹੜਾ ਮਤਲਬ ਇੰਨੀਆਂ ਸੀਟਾਂ, ਮੈਂ ਤਾਂ ਇਹ ਵੀ ਕਹਿੰਦਾ ਰਿਹਾ ਕਿ ਤਾਂ 20 ਸੀਟਾਂ ਵੀ ਨਹੀਂ ਰਿਪੀਟ ਕਰ ਸਕਦੇ। ਪਹਿਲਾਂ ਤੁਸੀਂ ਦਸਾਂ ਤੇ ਆਮ ਬੰਦੇ
ਮੈਨੂੰ ਯਾਦ ਹੈ ਆਪਾਂ ਸੱਚੀ 10 ਗੱਲ ਸੀਟਾਂ ਹੈ। ਦੇ ਅਖੀਰ ਤੱਕ 10 ਸੀਟਾਂ ਦਿੰਦੇ ਰਹੇ ਆਪਾਂ, ਮੈਨੂੰ ਯਾਦ ਹੈ। ਦੇਖੋ ਗੱਲ ਪਤਾ ਕੀ ਹੈ ਜੀ, ਥੱਲੇ ਕੀ ਵਾਪਰ ਰਿਹਾ, ਕਿੰਨਾ ਜ਼ਿਆਦਾ ਲੋਕਾਂ ਦੇ ਵਿੱਚ ਗੁੱਸਾ ਆ, ਉਹ ਐਕਟਿਵ ਸੁਸਾਇਟੀ ਦਾ ਜਿਹੜਾ ਬੰਦਾ ਆ ਉਹ ਨਹੀਂ ਦੱਸ ਸਕਦਾ। ਉਹ ਤਾਂ ਅਸੀਂ 2017 ਚ ਤੁਸੀਂ ਆਪਾਂ ਸਾਰੇ ਕਹਿੰਦੇ ਸੀ, ਉਹ ਮੈਂ ਤਾਂ ਉਦੋਂ ਵੀ ਨਹੀਂ ਸੀ ਵੈਸੇ ਕਹਿੰਦਾ, ਪਰ 2017 ਦੇ ਵਿੱਚ ਉਦੋਂ ਆਪਾਂ ਅਸੀਂ ਸਾਰੇ ਕਹਿੰਦੇ ਕਹਿੰਦੇ ਸੀ, ਉਦੋਂ ਅਸੀਂ ਹਾਂ ਕਹਿੰਦੇ ਇਹ ਸੀ, ਅਸੀਂ ਉਹਨਾਂ 'ਚ ਸ਼ਾਮਲ ਸੀ ਜਿਹੜੇ ਕਹਿੰਦੇ ਸੀ। ਇਹਨੂੰ ਤੁਸੀਂ ਸਮਝੋ, ਇਹ ਮਨੋਵਿਗਿਆਨ ਨੂੰ ਸਮਝੀਏ ਵੀ ਐਕਟਿਵ ਸੁਸਾਇਟੀ ਜਦੋਂ ਕਿਸੇ ਇੱਕ ਮੂਵਮੈਂਟ ਦੇ ਨਾਲ ਜੁੜਦੀ ਹੈ ਤੇ ਉਹਨੂੰ ਲੱਗਦਾ ਕਿ ਬਦਲਾਅ ਹੋ ਜਾਏਗਾ, ਪਰ ਥੱਲੇ ਬੰਦਾ ਕੀ ਸੋਚ ਰਿਹਾ ਉਹ ਹੋਰ ਤਰ੍ਹਾਂ, ਥੱਲੇ ਬੰਦਾ ਹੋਰ ਤਰ੍ਹਾਂ ਰਿਐਕਟ ਕਰਦਾ। 2022 ਨੇ ਸਾਨੂੰ ਇੱਕ ਨਵੀਂ ਗੱਲ ਦੱਸੀ ਹੈ ਵੀ ਐਕਟਿਵ ਸੁਸਾਇਟੀ ਕੁਝ ਨਹੀਂ ਹੁੰਦੀ, ਥੱਲੇ ਜੋ ਕੁਝ ਵਾਪਰ ਰਿਹਾ ਉਹ ਆਮ ਬੰਦਾ ਜਿਹੜਾ ਆ ਅੰਡਰ ਕਰੰਟ ਜਿਹਨੂੰ ਕਹਿੰਦੇ ਆ, ਉਹੀ ਤਬਦੀਲੀ ਦਾ ਵਾਰਸ ਸਾਹਿਬ, ਹੁੰਦਾ ਹੈ। ਐਕਟਿਵ ਸੁਸਾਇਟੀ ਤੋਂ ਤੁਹਾਡਾ ਭਾਵ ਸਿਵਲ ਸੁਸਾਇਟੀ ਜਿਹਨੂੰ ਕਿਹਾ ਜਾਂਦਾ ਦੂਜੇ ਸ਼ਬਦਾਂ 'ਚ, ਉਹ ਆ? ਨਹੀਂ, ਐਕਚੁਅਲੀ ਜਿਹੜੇ ਸਿਵਲ ਸੁਸਾਇਟੀ ਦੇ ਵਿੱਚੋਂ ਜਿਹੜੇ ਸਰਗਰਮ ਲੋਕ ਆ, ਇਹ ਹੁਣ ਉਹਦੇ ਚ ਹੈਰੀ ਗਿੱਲ ਹੋਣ ਚਾਹੇ ਉਹ ਪ੍ਰੋਫੈਸਰ ਮਨਜੀਤ ਸਿੰਘ ਹੋਣੀ ਹੋਣ, ਇਹਨਾਂ ਨੂੰ ਤੁਸੀਂ, ਮੈਨੂੰ ਨਹੀਂ ਪਤਾ ਹੈਰੀ ਗਿੱਲ ਹੋਰਾਂ ਦਾ, ਮੈਂ ਤੁਹਾਡੇ ਉਹ ਸਾਡੇ ਇੱਥੇ ਇਮੀਗ੍ਰੇਸ਼ਨ ਦੇ ਜੱਜ ਰਹੇ ਨੇ ਜੀ, ਵਧੀਆ ਵਧੀਆ ਵਿਅਕਤੀ ਨੇ, ਬਹੁਤ ਚੰਗੇ ਸੁਭਾਅ ਦੇ ਵਿਅਕਤੀ ਨੇ, ਇਮੀਗ੍ਰੇਸ਼ਨ ਦੇ ਜੱਜ ਰਹੇ। ਮੈਂ ਕਹਿੰਦਾ ਵੀ ਸਾਨੂੰ ਏਦਾਂ ਦੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ ਵੀ ਉਹ ਘੱਟੋ ਘੱਟ ਬਦਲਾਅ ਚਾਹੁੰਦੇ ਆ, ਪਰ ਨਾਲ ਦੀ ਨਾਲ ਇਹ ਵੀ ਸਮਝਣਾ ਚਾਹੀਦਾ ਕਿ ਨਿਰਾਸ਼ ਕਿੰਨੀ ਛੇਤੀ ਹੁੰਦੇ। ਪ੍ਰੋਫੈਸਰ ਮਨਜੀਤ ਸਿੰਘ ਹੋਰਾਂ, ਕਿਉਂਕਿ ਇਹਨਾਂ ਨੂੰ ਤਾਂ ਅਸੀਂ ਜਾਣਦੇ ਹਾਂ ਸ਼ੁਰੂ, ਉਹ ਮੂਵਮੈਂਟਸ ਦੇ ਨਾਲ ਚੱਲਣ ਵਾਲੇ ਲੋਕ ਨੇ, ਟੈਂਪਰੇਰੀ ਪੋਲਿਟਿਕਸ ਰਹਿੰਦੇ ਨੇ, ਅਸਥਿਰਤਾ ਹੈ ਵਿਚਾਰਾਂ ਦੇ ਵਿੱਚ ਜਿਹੜੀ ਹੈ ਬਹੁਤ ਅਸਥਿਰਤਾ ਹੈ, ਇਸੇ ਕਰਕੇ ਤੁਰੰਤ ਉਹਨਾਂ ਨੂੰ ਲੱਗਦਾ ਕਿ ਅੱਜ ਰਾਤੋਂ ਰਾਤ ਓਵਰਨਾਈਟ ਬੰਦਾ ਆ ਗਿਆ। ਇਹ ਅਵਤਾਰ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਹੈ, ਅਸੀਂ ਅਵਤਾਰ ਤੇ ਯਕੀਨ ਰੱਖਣ ਵਾਲੇ ਲੋਕ ਨਹੀਂ ਵੀ ਕੋਈ ਅਵਤਾਰ ਆਊਗਾ, ਕੇਜਰੀਵਾਲ ਅਵਤਾਰ ਹੈ, ਭਗਵੰਤ ਮਾਨ ਅਵਤਾਰ ਹੈ, ਕਈਆਂ ਲੋਕਾਂ ਲਈ ਹੋ ਸਕਦਾ, ਸਾਡੇ ਲਈ ਨਹੀਂ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਚੀਜ਼ਾਂ ਬਦਲਣੀਆਂ ਜਿਹੜੀਆਂ ਹੁਣ ਵਿਦਨ ਸਿਸਟਮ, ਜੇ ਤੁਸੀਂ ਕੁਝ ਬਦਲਣਾ ਤੇ ਉਹਦੇ ਵਾਸਤੇ ਵੀ ਤਾਂ ਤੁਹਾਡੇ ਕੋਲ ਇੱਕ ਪਰਪੱਕ ਕਿਸਮ ਦੀ ਜਿਹੜੀ ਪਾਲਿਸੀ ਚਾਹੀਦੀ, ਨੀਤੀ ਚਾਹੀਦੀ ਹੈ। ਨੀਅਤ ਜਿਹੜੀ ਹੈ ਸਾਫ਼ ਹੋਣੀ, ਨੀਅਤ ਤਾਂ ਬੜੀ ਸਾਫ਼ ਰਹੀ, ਕਹਿੰਦੇ ਡਾਕਟਰ ਮਨਮੋਹਨ ਸਿੰਘ ਜੀ ਬੜੇ ਇਮਾਨਦਾਰ ਪ੍ਰਧਾਨ ਮੰਤਰੀ ਕਹਿੰਦੇ ਰਹੇ। ਕਾਹਦੀ ਇਮਾਨਦਾਰੀ, ਇਹ ਸਭ ਤੋਂ ਮੋਸਟ ਕਰਪਟ ਗਵਰਨਮੈਂਟ ਨੂੰ ਹੈਡ ਕੀਤਾ ਜੀ ਉਹਨਾਂ ਨੇ, ਠੀਕ ਹੈ ਨਾ ਜੀ। ਸੋ ਇਸ ਕਰਕੇ ਚੀਜ਼ਾਂ ਜੁੜੀਆਂ ਹੁੰਦੀਆਂ ਕਈ ਮਾਮਲੇ ਇਹਦੇ ਚ ਨਾਲ ਇੰਟਰਕਨੈਕਟ। ਇਹ ਦਸਾਂਝ ਸਾਹਿਬ ਵਰਤਾਰਾ, ਚਲੋ ਆਪਾਂ ਗੱਲ ਹੋਰ ਪਾਸੇ ਚੱਲ ਪਈ, ਇਹ ਵਰਤਾਰਾ ਬੜਾ ਅਜੀਬ ਹੈ, ਮੇਰੀ ਸਮਝ 'ਚ ਅਜੇ ਤੱਕ ਨਹੀਂ ਆਇਆ। ਮੈਂ ਜੇ ਪੁਰਾਣੇ, ਤੁਸੀਂ ਕਵਲਰਾਂ ਦਾ ਜ਼ਿਕਰ ਕੀਤਾ, ਜੇ ਮੈਂ ਪੁਰਾਣੇ ਸਮੇਂ ਦੀ ਗੱਲ ਕਰਾਂ, ਮੇਰੇ ਕਦੀ ਆਦਰਸ਼ ਰਹੇ ਨੇ ਉਹ ਪ੍ਰੋਫੈਸਰ ਭਾਰਦਵਾਜ, ਮੇਰੇ ਅਧਿਆਪਕ ਵੀ ਰਹੇ ਨੇ, ਬਾਅਦ 'ਚੋਂ ਕਿਸੇ ਜ਼ਮਾਨੇ 'ਚ ਉਹ ਬਹੁਤ ਪੰਡਿਤ ਕਿਸ਼ੋਰੀ ਲਾਲ ਰਾਂ ਦੇ ਬਹੁਤ ਨੇੜੇ ਹੋਇਆ ਕਰਦੇ ਸੀ, ਕਾਮਰੇਡ ਸਰਜੀਤ ਉਹਨਾਂ ਕੋਲ ਆਇਆ ਕਰਦੇ ਸੀਗੇ, ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨਾਲ ਉਹਦੀ ਸਾਂਝ ਸੀ, ਯਾਨੀ ਕਿ ਉਹ ਲੈਫਟ ਵਿਚਾਰਧਾਰਾ ਦੇ ਉਪਾਸ਼ਕ ਸੀਗੇ। ਮੁੜ ਕੇ ਹੌਲੀ ਹੌਲੀ ਉਹਨਾਂ ਦੇ ਇੱਕ ਗੁਆਂਢੀ ਨੇ ਉਹਨਾਂ ਨੂੰ ਟੌੜਾ ਸਾਹਿਬ ਨਾਲ ਮਿਲਾਇਆ, ਚਰਨਦਾਸ ਟੌੜਾ ਸੀਗਾ ਉਹ ਪ੍ਰੋਫੈਸਰ ਦਾ ਨਾਮ, ਬਿਲਕੁਲ ਉਹਨਾਂ ਦੇ ਗੁਆਂਢੀ ਸੀ ਇੱਥੇ ਸਟੇਟ ਕਾਲਜ 'ਚ, ਅਤੇ ਉਹ ਅਕਾਲੀ ਪੋਲੀਟਿਕਸ ਦੇ ਨੇੜੇ ਆਏ। ਉਸ ਤੋਂ ਵੀ ਪਹਿਲਾਂ ਉਹਨਾਂ ਨੇ ਇੰਡੀਪੈਂਡੈਂਟ ਚੋਣ ਲੜੀ ਪਟਿਆਲੇ ਤੋਂ, ਅਤੇ ਚੋਣ ਨਿਸ਼ਾਨ ਉਹਨਾਂ ਲਿਆ, ਬੜੀ ਮਤਲਬ ਅਪਲਾਈ ਕੀਤਾ ਅਤੇ ਉਹਨਾਂ ਨੂੰ ਮਿਲ ਗਿਆ, ਉਹ ਸੀ ਸਵਾਸਤਕ। ਅਤੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਹੁੰਦੇ ਸੀ ਵੀ ਤੁਸੀਂ, ਤੁਹਾਡੀ ਵਿਚਾਰਧਾਰਾ ਹੈ ਅਤੇ ਤੁਸੀਂ ਆਂਦੇ ਨਾ ਵੀ ਕੋਈ ਵੋਟ ਪਾਊ, ਮੈਨੂੰ ਇੰਨੇ % ਤੇ ਸਵਾਸਤਕ ਦੇ ਉੱਤੇ ਹੀ ਵੋਟ ਪੈ ਜਾਣੀ ਆ। ਮੁੜ ਕੇ ਇੱਦਾਂ ਡਾਮਾਡੋਲ ਹੋ ਜਾਂਦੇ ਲੋਕ। ਉਹਨਾਂ ਦੀ ਮੈਂ ਸਾਰੀ ਜ਼ਿੰਦਗੀ ਵੇਖਿਆ, ਬਹੁਤ ਨੇੜਿਓਂ ਵੇਖਿਆ ਉਹਨਾਂ ਨੂੰ ਮੈਂ। ਉਹਨਾਂ ਨੇ ਬਾਅਦ 'ਚੋਂ ਅਕਾਲੀ ਪੋਲੀਟਿਕਸ 'ਚ ਆਏ, ਖਾਦੀ ਬੋਰਡ ਦੇ ਚੇਅਰਮੈਨ ਵੀ ਰਹੇ ਥੋੜ੍ਹਾ ਸਮਾਂ ਬਰਨਾਲਾ ਦੀ ਯੂਨੀਵਰਸਿਟੀ ਵੇਲੇ, ਮੈਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦਾ। ਫਿਰ ਉਹ ਕਿਸਾਨ ਯੂਨੀਅਨ ਨਾਲ ਜੁੜੇ। ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਸੀ। ਉਹ ਹਮੇਸ਼ਾ ਮੇਰੇ ਨਾਲ ਬਹੁਤ ਮੁਹੱਬਤ ਸੀ, ਗੱਲ ਕਰਦੇ ਹੁੰਦੇ ਸੀ, ਯਾਰ ਮੈਂ ਹਿੰਦੂ ਹਾਂ ਅਤੇ ਗੱਲ ਸਿੱਖਾਂ ਦੀ ਕਰਦਾ, ਮੈਂ ਨੌਨ ਜੱਟ ਹਾਂ ਅਤੇ ਗੱਲ ਜੱਟਾਂ ਦੀ ਕਰਦਾ, ਅਤੇ ਮੇਰਾ ਉਹ ਇੰਪੈਕਟ ਪੈਂਦਾ ਨਹੀਂ। ਮੇਰਾ ਉਹ ਆਫਿਸ ਸੈਕਟਰੀ ਵੀ ਰਹੇ ਤੁਹਾਡੇ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ, ਉਹ ਭੁਪਿੰਦਰ ਸਿੰਘ ਮਾਨ ਦੇ ਵੇਲੇ ਬਹੁਤ ਨੇੜੇ ਹੋਇਆ ਕਰਦੇ ਸੀ। ਇੱਕ ਵਾਰੀ ਲੁਧਿਆਣੇ ਇੱਕ ਕਾਨਫਰੰਸ ਦੇ ਵਿੱਚ ਕਵਲਰਾਂ ਨੇ ਇੱਕ ਸ਼ਬਦ ਵਰਤਿਆ ਜਿਹੜਾ ਉਹਨਾਂ ਨੂੰ ਬੜਾ ਚੁਭਿਆ। ਉਹਨਾਂ ਨੇ ਕਿਹਾ ਕਿ ਸ਼ਾਇਦ ਉਹਨਾਂ ਨੇ ਇਸ ਸੰਦਰਭ 'ਚ ਕਿਹਾ ਕਿ ਅਕਾਲੀ ਸਿਆਸਤ ਵਿੱਚ ਵੀ ਹੁਣ ਸਿਰ ਘਸੇ ਆ ਗਏ ਆ, ਕੁਝ ਇੱਦਾਂ ਦਾ ਸ਼ਬਦ ਵਰਤਿਆ। ਉਹਨਾਂ ਨੇ ਉਹਨੂੰ ਬਹੁਤ ਮਾਈਂਡ ਕੀਤਾ, ਉਹਨਾਂ ਮੇਰੇ ਨਾਲ ਉਹਦੇ ਬਾਰੇ ਬਹੁਤ ਵਾਰੀ ਗੱਲ ਕੀਤੀ, ਚਿੱਠੀ ਪੱਤਰ ਵੀ, ਮੈਂ ਕਵਲਰਾਂ ਨੂੰ ਚਿੱਠੀ ਲਿਖੀ ਇਸ ਮਾਮਲੇ 'ਚ। ਉਹ ਚਿੱਠੀ ਦਾ ਜਵਾਬ ਮੇਰੇ ਕੋਲ ਕਵਲਰਾਂ ਦੀ ਚਿੱਠੀ ਸਾਂਭੀ ਪਈ ਹੈ ਜੇ ਵੀ ਉਹਨਾਂ ਨੇ ਕੀ ਦਿੱਤਾ ਸੀ, ਔਰ ਇਹ ਪ੍ਰੋਫੈਸਰਾਂ ਦੇ ਮੈਂ ਸਮਝਦਾ ਕਿ ਬੰਦੇ ਜਿਹੜੇ ਆ ਇਨਕਲੂਡਿੰਗ ਭਾਰਦਵਾਜ, ਕੋਈ ਸ਼ੱਕ ਨਹੀਂ ਉਹ ਇਮਾਨਦਾਰ ਸੀਗੇ, ਕੰਮ ਕਰਨਾ ਚਾਹੁੰਦੇ ਸੀਗੇ, ਪਰ ਕਿਤੇ ਨਾ ਕਿਤੇ ਜਿਹੜੀ ਗੱਲ ਤੁਸੀਂ ਕਹਿੰਦੇ ਰਹਿੰਦੇ ਹੋ ਹਮੇਸ਼ਾ, ਮੈਨੂੰ ਹੁਣ ਸਮਝ ਆਉਂਦੀ ਆ ਕਿ ਆਈਡੀਓਲੋਜੀ ਦੇ ਨਾਲ ਪਰਪੱਕ ਹੋਣਾ ਜਿਹੜਾ ਵਾ ਉਹ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਆ। ਨਹੀਂ ਤਾਂ ਤੁਹਾਡਾ ਇੰਟਲੈਕਟ ਜਿਹੜਾ ਆ ਉਹਨੂੰ ਲੋਕ ਯੂਜ਼ ਕਰ ਲੈਂਦੇ ਆ ਅਤੇ ਤੁਸੀਂ ਫਿਰ ਖੱਜਲ ਖੁਆਰੀ ਤੋਂ ਸਿਵਾ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ।
ਹਨੇਰਾ ਵੀ ਫੈਲਦਾ ਜੀ, ਅੰਧਕਾਰ ਵੀ ਫੈਲਦਾ, ਤੁਹਾਡੇ ਅੰਦਰ ਅੰਧਕਾਰ ਪੈਦਾ ਹੋ ਜਾਂਦਾ ਹੈ। ਤੁਸੀਂ ਰੌਸ਼ਨੀ ਭਾਲਦੇ ਭਾਲਦੇ ਅੰਧਕਾਰ ਦੇ ਵਿੱਚ ਗਵਾਚ ਜਾਂਦੇ ਹੋ। ਉਸੇ ਕਰਕੇ ਬਹੁਤ ਜ਼ਿਆਦਾ ਤੁਸੀਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਫਿਰ ਉਸ ਢੰਗ ਨਾਲ ਲੈਣ ਲੱਗਦੇ ਹੋ, ਤੁਹਾਨੂੰ ਹਰ ਚੀਜ਼ ਹੀ ਬੁਰੀ ਲੱਗਣ ਲੱਗ ਪੈਂਦੀ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇੰਨੇ ਕ੍ਰਿਟਿਕ ਹੋ ਜਾਂਦੇ ਆ ਲੋਕ, ਫਿਰ ਹਰ ਚੀਜ਼ ਹੀ ਬੁਰੀ ਲੱਗਣ ਲੱਗ ਪੈਂਦੀ। ਸੋ ਇਹ ਘੋਰ ਨਿਰਾਸ਼ਤਾ ਦਾ ਆਲਮ ਹੈ। ਇਸੇ ਕਰਕੇ ਇਹਨੂੰ ਅਸੀਂ ਕਹਿੰਦੇ ਆ ਕਿ ਵੈਸੇ ਤਾਂ ਮੈਂ ਤਾਂ ਹੋਰ ਵੀ ਕਹਿੰਦਾ ਹੁੰਦਾ, ਜਿਹੜਾ ਮਾਰਕਸਵਾਦੀਆਂ ਬਾਰੇ ਵੀ ਕਹਿੰਦਾ ਹੁੰਦਾ ਕਿ ਜਿਹੜਾ ਸੁਤੰਤਰ ਮਾਰਕਸਵਾਦ ਹੈ ਨਾ, ਉਹ ਕੁਝ ਨਹੀਂ ਹੁੰਦਾ। ਸੁਤੰਤਰ ਮਾਰਕਸਵਾਦ ਦਾ ਕੋਈ ਮਤਲਬ ਹੀ ਨਹੀਂ ਹੈ। ਮਾਰਕਸਵਾਦ ਜਿਹੜਾ ਆ ਉਹ ਆਰਗੇਨਾਈਜੇਸ਼ਨਲ ਜਿਹੜਾ ਮਾਰਕਸਿਜ਼ਮ ਜਿਹੜਾ ਆ, ਉਹ ਭਾਵੇਂ ਥੋੜੇ ਬਹੁਤ ਫਰਕ ਦੇ ਨਾਲ ਇੱਕ ਦੂਜੇ ਨਾਲ ਲੜੀ ਭਿੜੀ ਵੀ ਜਾਣ, ਉਹੀ ਜਿਹੜਾ ਆ ਅੱਗੇ ਤੁਰਦਾ ਹੈ। ਇਨ ਫਿਊਚਰ ਜਿਹੜਾ ਉਹਨੇ ਜਿਹੜਾ ਆ ਇੱਕ ਰੂਪ ਅਖਤਿਆਰ ਕਰਨਾ ਹੈ, ਜਿਹੜਾ ਰਾਜਨੀਤੀ ਨੂੰ ਜਿਹੜਾ ਬਦਲੇਗਾ, ਜਿਸ ਰਾਜਨੀਤੀ ਦੇ ਵਿੱਚ ਜਿਹੜਾ ਜਾਂ ਸੱਤਾ ਦੀ ਜਿਹੜੀ ਸਿਆਸਤ ਹੈ ਉਹਦੇ ਚ ਜਿਹੜਾ ਆਮ ਬੰਦਾ ਲੋੜ ਰਿਹਾ। ਸੋ ਇਹ ਜਿਹੜੇ ਲੋਕ ਹੈ ਪਹਿਲਾਂ ਮਾਰਕਸਵਾਦ ਦੇ ਨੇੜੇ ਆਉਂਦੇ ਆ, ਫਿਰ ਮਾਰਕਸਵਾਦ ਲਈ ਪੂਰੀ ਤਰ੍ਹਾਂ ਪ੍ਰਪੱਕ ਨਹੀਂ ਹੁੰਦੇ ਮਾਰਕਸਵਾਦ ਦੇ ਵਿੱਚ, ਤੇ ਫਿਰ ਹੌਲੀ ਹੌਲੀ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਉਹਦੇ ਚ ਬਦਲਦੀਆਂ ਰਹਿੰਦੀਆਂ ਤੇ ਮੁਸ਼ਕਲ ਸਥਿਤੀਆਂ ਦੇ ਵਿੱਚ ਪੈਂਦੇ ਰਹਿੰਦੇ ਆ। ਫਿਰ ਇਹ ਟੈਂਪਰੇਰੀ ਪੋਲਿਟਿਕਸ ਵਿੱਚ ਯਕੀਨ ਕਰਨ ਲੱਗ ਪੈਂਦੇ ਆ। ਅਵਤਾਰਵਾਦੀ ਜਿਹੜੀ ਪੋਲਿਟਿਕਸ ਹੈ ਜਾਂ ਸਿਆਸਤ ਹੈ, ਫਿਰ ਉਹਦੇ ਇੱਕ ਕਿਸਮ ਦੇ ਹੋ ਜਾਂਦੇ ਆ। ਦੂਜੀ ਗੱਲ ਤੁਸੀਂ ਉਹ ਭਾਰਦਵਾਜ ਦੇ ਹਵਾਲੇ ਨਾਲ ਕੀਤੀ ਹੈ, ਮੈਨੂੰ ਲੱਗਦਾ ਕਿ ਜਿੱਥੇ ਟਪਲਾ ਖਾਧਾ ਉਹਨਾਂ ਨੇ, ਉਹ ਇਹੀ ਟਪਲਾ ਖਾਧਾ ਕਿ ਉਹ ਕਹਿੰਦੇ ਮੈਂ ਹਿੰਦੂ ਹੋ ਕੇ ਸਿੱਖ ਦੀ ਗੱਲ ਕਰਦਾ, ਮੈਂ ਨੌਨ ਜੱਟ ਹੋ ਕੇ ਜੱਟ ਦੀ ਗੱਲ ਕਰਦਾ। ਜੇ ਉਹ ਹਿੰਦੂ ਹੋ ਕੇ ਜਾਂ ਸਿੱਖ ਹੋ ਕੇ ਕੋਈ ਵੀ ਹੋਵੇ, ਉਹ ਲੋਕਾਂ ਦੀ ਗੱਲ ਕਰਦੇ ਰਹਿੰਦੇ, ਉਹ ਹਿੰਦੂ ਵੀ ਹੁੰਦੇ, ਸਿੱਖ ਵੀ ਹੁੰਦੇ, ਮੁਸਲਮਾਨ ਵੀ ਹੁੰਦੇ, ਤਾਂ ਸ਼ਾਇਦ ਸਥਿਤੀਆਂ ਹੋਰ ਹੁੰਦੀਆਂ। ਜਦੋਂ ਤੁਸੀਂ ਇਹ ਕਹਿਣ ਲੱਗ ਪੈਂਦੇ ਹੋ ਵੀ ਮੈਂ ਹਿੰਦੂ ਹਾਂ ਪਰ ਮੈਂ ਹੱਕ ਸਿੱਖ ਦੇ ਹੱਕ ਦੀ ਗੱਲ ਕਰਦਾ, ਸਿੱਖ ਦੇ ਆਮ ਹਿੰਦੂ ਨਾਲੋਂ ਹੱਕ ਕੋਈ ਵੱਖਰੇ ਨਹੀਂ ਹੈ। ਸਮਾਜਿਕ ਤੌਰ ਦੇ ਉੱਤੇ ਮਾਨਤਾ ਦਾ ਮਾਮਲਾ ਵੱਖਰਾ ਹੋ ਸਕਦਾ ਹੈ, ਪਰ ਆਰਥਿਕ ਹਿੱਤ ਜਿਹੜੇ ਆ ਉਹ ਚਾਹੇ ਸਿੱਖ ਹੈ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਉਹਨਾਂ ਦੇ ਸਾਰਿਆਂ ਦੇ ਜਿਹੜੇ ਆ ਇੱਕੋ ਜਿਹੇ ਹੁੰਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਕਿਸੇ ਸੁਸਾਇਟੀ ਦੀ, ਸਮਾਜ ਦੀ, ਤਾਂ ਜਿਹੜਾ ਹੇਠਲਾ ਨਿਮਨ ਵਰਗ ਜਿਹੜਾ ਆ ਜਾਂ ਲੋਅਰ ਮਿਡਲ ਜਿਹੜਾ ਆ, ਉਹ ਕੋਈ ਵੀ ਹੋਵੇ, ਕਿਸੇ ਵੀ ਧਰਮ ਚ ਹੋਵੇ, ਕਿਸੇ ਵੀ ਜਮਾਤ ਚ ਹੋਵੇ, ਕੋਈ ਧਰਮ ਤਾਂ ਬੰਦੇ ਨੇ ਬਣਾਏ ਆ ਤੇ ਕੁਦਰਤ ਨੇ ਤਾਂ ਧਰਮ ਨਹੀਂ ਸੀ ਬਣਾਏ। ਸੋ ਇਸ ਕਰਕੇ ਇੱਥੇ ਵੀ ਕਈ ਵਾਰੀ ਅਸੀਂ ਟਪਲਾ ਖਾ ਜਾਂਦੇ। ਅੱਛਾ, ਸਵਾਲ ਤੇ ਬੜੇ ਨੇ, ਉਹ ਬਾਅਦ ਚ ਕਰਦੇ ਆ। ਮੈਂ ਇੱਕ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਆ। ਆਪਾਂ ਕਹਿੰਦੇ ਆ ਕਿ ਸੱਤਾਧਾਰੀ ਧਿਰ ਨਾਲ ਲੱਗ ਕੇ ਬੰਦਾ ਜਿਹੜਾ ਆ ਉਹ ਨਿਰਪੱਖ ਨਹੀਂ ਰਹਿੰਦਾ। ਵੈਸੇ ਮੈਂ ਤਾਂ ਇਹ ਵੀ ਸਮਝਦਾ ਆ ਕਿ ਪੋਲੀਟੀਕਲ ਪਾਰਟੀ ਨਾਲ ਵੀ ਸਿੱਧੇ ਤੌਰ ਤੇ ਜੁੜ ਕੇ ਬੰਦਾ ਨਿਰਪੱਖ ਨਹੀਂ ਰਹਿੰਦਾ। ਅੱਜ ਮੈਂ ਤੁਹਾਡੇ ਬਾਰੇ ਵੀ ਜੇ ਕਹਾਂ ਕਿ ਤੁਹਾਡੀ ਵਿਚਾਰਧਾਰਾ ਮਾਰਕਸਵਾਦ ਆ, ਤੁਸੀਂ ਕਿਸੇ ਇੱਕ ਪਾਰਟੀ ਦੇ ਨਾਲ ਥੋੜ੍ਹਾ ਜਿਹਾ ਜੁੜੇ ਹੋਏ ਹੋ ਜਾਂ ਸ਼ੁਰੂ ਤੋਂ ਜੁੜੇ ਹੋਏ ਸੀਗੇ, ਤੇ ਕਿਤੇ ਨਾ ਕਿਤੇ ਜਦੋਂ ਮਾਰਕਸਵਾਦੀਆਂ ਦੇ ਉੱਤੇ ਕੋਈ ਉਂਗਲ ਰੱਖੀ ਜਾਊਗੀ ਜਾਂ ਕੋਈ ਰੱਖੀ ਜਾਊਗੀ ਤੇ ਤੁਹਾਨੂੰ ਥੋੜ੍ਹਾ ਜਿਹਾ ਪਿੰਚ ਕਰੂਗਾ, ਤੁਹਾਨੂੰ ਲੱਗੇਗਾ ਕਿ ਨਹੀਂ ਇਹ ਯਾਰ ਮੇਰੀ ਵਾਲੀ ਧਿਰ ਦੀ ਵਿਰੋਧਤਾ ਹੋ ਰਹੀ ਆ। ਆਪਣਾ ਕਈ ਵਾਰ ਇਹ ਗੱਲ ਤੇ ਵਿਚਾਰ ਵੀ ਹੁੰਦਾ ਰਹਿੰਦਾ ਵਾ, ਆਪਾਂ ਕਈ ਵਾਰ ਕਰਦੇ ਹਾਂ। ਇਸੇ ਤਰ੍ਹਾਂ ਹੀ ਜਿਹੜਾ ਨਿਰਪੱਖ ਵਿਅਕਤੀ ਆ, ਨਿਰਪੱਖ ਵੈਸੇ ਕਹਿੰਦੇ ਆ ਕਿ ਨਿਊਟਰਲ ਗੇਅਰ ਇਜ਼ ਨੋ ਗੇਅਰ, ਤੇ ਨਿਰਪੱਖ ਕੋਈ ਹੁੰਦਾ ਹੀ ਨਹੀਂ, ਕਿਤੇ ਨਾ ਕਿਤੇ ਉਹ ਜ਼ਰੂਰ ਜੁੜਿਆ ਹੁੰਦਾ। ਨਿਰਪੱਖ ਕਹਿਣਾ ਹੀ ਆਪਣੇ ਆਪ 'ਚ ਆਈਡੀਅਲਿਜ਼ਮ ਆ, ਆਦਰਸ਼ਵਾਦ ਆ, ਨਿਰਪੱਖ ਨਹੀਂ ਹੁੰਦਾ। ਤੇ ਖਾਸ ਕਰਕੇ ਸਾਡੇ ਪੇਸ਼ੇ 'ਚ ਜਿੱਥੇ ਆਪਾਂ ਹੁਣ ਬਹਿ ਕੇ ਗੱਲ ਕਰ ਰਹੇ ਹਾਂ ਜਰਨਲਿਜ਼ਮ ਦੇ ਵਿੱਚ, ਕੁਝ ਲੋਕੀ ਆਪਣਾ ਥਾਂ ਬਣਾਉਂਦੇ ਆ। ਰਵੀਸ਼ ਨੇ ਬਣਾਇਆ, ਬਹੁਤ ਸਾਰਿਆਂ ਹੋਰਨਾਂ ਨੇ ਬਣਾਇਆ, ਪ੍ਰਫੁੱਲ ਵਾਜਪਾਈ ਹਰਾਂ ਬਣਾਇਆ, ਉਹ ਚਲ ਗਏ ਨੇ। ਇੱਕ ਸਾਡੇ ਹੋਰ ਬੜੇ ਅੱਛੇ ਹੁੰਦੇ ਸੀਗੇ, ਬਿਮਾਰ ਹੋ ਕੇ ਪਿੱਛੇ ਦਿਨੀ, ਹੋਰ ਕਈ ਨਾਂ ਐਸੇ ਮੈਂ ਲੈ ਸਕਦਾ ਹਾਂ। ਉਹਨਾਂ 'ਚੋਂ ਸਾਡੇ ਥਰਡੇ ਲੈਵਲ ਦੇ ਜਿਹੜੇ ਪੱਤਰਕਾਰ ਕਹਿ ਲਈਏ, ਮੈਂ ਰਵੀਸ਼ ਹਰਾਂ ਨਾਲ ਤੁਲਨਾ ਤਾਂ ਨਹੀਂ ਕਰਦਾ, ਸਾਡੇ ਇੱਥੇ ਬੜੇ ਚਰਚਿਤ ਪੱਤਰਕਾਰ ਨੇ ਬਲਤੇਜ ਪੰਨੂ ਹੋਰੀ, ਉਹ ਖਾਸ ਕਰਕੇ ਇੱਥੇ ਬਹੁਤ ਸੁਣੇ ਜਾਂਦੇ ਨੇ। ਨਾਰਥ ਅਮਰੀਕਾ 'ਚ ਉਹਨਾਂ ਦਾ ਕਾਫੀ ਨਾਂ ਆ ਔਰ ਉਹਨਾਂ ਨੂੰ ਲੋਕ ਚੰਗੇ ਵਧੀਆ ਧੜੱਲੇਦਾਰ ਪੱਤਰਕਾਰ ਕਰਦੇ। ਕਿਤੇ ਨਾ ਕਿਤੇ ਉਹ ਵੀ ਰਾਜਸੱਤਾ ਦੇ ਨੇੜੇ ਜਾਣ ਵਾਲੀ ਭਾਸ਼ਾ ਬੋਲ ਰਹੇ ਸੀ ਕੁਛ ਚਿਰ ਤੋਂ। ਆਪਾਂ ਗੱਲ ਕਰਦੇ ਨੇ ਸਾਂ ਡੱਲਾ ਸਾਹਿਬ ਦੀ, ਆਪਾਂ ਗੱਲ ਕਰਦੇ ਸੀ ਜਗਤਾਰ ਸਿੱਧੂ ਹੋਰਾਂ ਦੀ, ਜਿਹੜੇ ਲੋਕ ਸੱਤਾ ਦੇ ਨਾਲ ਖਹਿ ਕੇ ਲੰਘਦੇ ਨੇ, ਜਿਹੜੇ ਉਹਨਾਂ ਦੇ ਖਹਿ ਕੇ ਨਹੀਂ, ਉਹਦੇ ਵਿੱਚ ਵੜ ਕੇ ਰਹਿਣਾ ਚਾਹੁੰਦੇ ਨੇ, ਉਹ ਫਿਰ ਨਿਰਪੱਖਤਾ ਵਾਲਾ ਆਪਣਾ ਜਿਹੜਾ ਉਹ ਪਾਰਟ ਹੈ ਉਹ ਗਵਾ ਬਹਿੰਦੇ ਨੇ। ਬਲਤੇਜ ਪੰਨੂ ਹੋਰਾਂ ਨੂੰ ਆਖਰਕਾਰ ਕੇ ਉਹਦਾ ਮਿਲ ਗਿਆ। ਅੱਜ ਸੁਣਿਆ ਖਬਰਾਂ ਆਈਆਂ, ਕਾਫੀ ਉਹਨਾਂ ਦੀ ਆਲੋਚਨਾ ਵੀ ਹੋ ਰਹੀ ਆ। ਵੈਸੇ ਕਾਲੂ ਸਾਹਿਬ ਤੇ ਸਾਰਿਆਂ ਦੀ ਸਿਫਤ ਕਰਦੇ ਹੁੰਦੇ, ਸਿਫਤ ਵੀ ਕਰਕੇ ਗਏ ਕਿ ਇੱਕ ਧੜੱਲੇਦਾਰ ਬੰਦਾ ਜਿਹੜਾ ਆ ਉਹਨੂੰ ਚੰਗੀ ਜਗ੍ਹਾ ਮਿਲੀ। ਜੇ ਚਰਨ ਬੈਸ ਆ ਸਕਦਾ ਤੇ ਉਹ ਕਿਉਂ ਨਹੀਂ ਜਾ ਸਕਦੇ, ਤੇ ਜੇ ਕੋਈ ਪੰਨੂ ਨਾ ਜਾਂਦਾ ਤੇ ਕੋਈ ਹੋਰ ਜਾਂਦਾ, ਜਾਣਾ ਤਾਂ ਕਿਸੇ ਨੇ ਆਏ ਸੀ, ਚੰਗੀ ਗੱਲ ਹੈ, ਚੰਗਾ ਬੰਦਾ ਗਿਆ, ਘੱਟੋ ਘੱਟ ਖੁੱਲ੍ਹ ਕੇ ਬੋਲਦਾ, ਉਹ ਅਕਾਲੀਆਂ ਦੇ ਖਿਲਾਫ ਬੋਲਦਾ। ਤੇ ਮੈਂ ਸਮਝਦਾ ਕਿ ਕੀ ਉਹ ਆਪਣਾ ਉਹ ਜਿਹੜਾ ਬਣਿਆ ਬਿੰਬ ਹੈ ਉਹ ਰੱਖ ਸਕਣਗੇ ਉੱਥੇ? ਨਹੀਂ ਦੇਖੋ, ਜਦੋਂ ਤੁਸੀਂ ਇੱਕ ਧਿਰ ਚੁਣ ਲੈਂਦੇ ਹੋ ਨਾ, ਤਾਂ 2017 'ਚ ਧਿਰ ਚੁਣ ਲਈ ਸੀ ਆਪਣੀ। ਉਹ ਇੱਕ ਦੋਸਤੀ ਉਹਨਾਂ ਦੀ ਭਗਵੰਤ ਮਾਨ ਦੇ ਨਾਲ ਨੇੜਤਾ ਰਹੀ ਹੈ,
ਉਹਨਾਂ ਨੇ ਤਾਂ 2017 ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀਆਂ ਟਰਾਲੀਆਂ 'ਤੇ ਚੜ੍ਹ ਕੇ ਝਾੜੂ ਦਾ ਪ੍ਰਚਾਰ ਕੀਤਾ ਸੀ। ਉਦੋਂ ਤੱਕ ਕਿਸੇ ਨੇ ਬਹੁਤਾ ਵਿਰੋਧ ਨਹੀਂ ਕੀਤਾ ਬਲਤੇਜ ਪੰਨੂ ਦਾ, ਕਿਉਂਕਿ ਉਹਨੂੰ ਲੱਗਦਾ ਸੀ ਵੀ ਆਮ ਆਦਮੀ ਪਾਰਟੀ ਲਈ ਇੱਕ ਲਹਿਰ ਬਣ ਰਹੀ ਸੀ ਤੇ ਲੋਕ ਦੁਖੀ ਸੀਗੇ ਅਕਾਲੀ ਦਲ ਤੋਂ, ਬੀਜੇਪੀ ਤੋਂ, ਕਾਂਗਰਸ ਤੋਂ। ਇਸ ਕਰਕੇ ਉਦੋਂ ਤਾਂ ਕੋਈ ਵਿਰੋਧ ਨਹੀਂ ਸੀ ਬਲਤੇਜ ਪੰਨੂ ਦਾ। ਪਰ ਅਸੀਂ ਉਦੋਂ ਵੀ ਜਦੋਂ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ, ਮੈਂ ਕਿਹਾ ਸੀ ਵੀ ਪੱਤਰਕਾਰਤਾ ਹੁਣ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ, ਸਿਆਸਤ ਜਿਹੜੀ ਆ ਉਹਨਾਂ ਨੂੰ ਅਪਣਾ ਲੈਣੀ ਚਾਹੀਦੀ ਹੈ। ਕੋਈ ਮਾੜੀ ਗੱਲ ਨਹੀਂ ਹੈ ਸਿਆਸਤ ਦੇ ਵਿੱਚ ਜਾਣਾ, ਐਕਟਿਵ ਪੋਲਿਟਿਕਸ ਦੇ ਵਿੱਚ ਜਾਣਾ, ਤੁਹਾਡੀ ਚੁਆਇਸ ਹੈ ਇਹ, ਤੁਸੀਂ ਜਾ ਸਕਦੇ ਹੋ। ਪਰ ਫਿਰ ਤੁਸੀਂ ਪੱਤਰਕਾਰਤਾ ਦੀ ਜਿਹੜੀ ਭੂਮਿਕਾ ਚੋਂ ਜਾਂ ਇੱਕ ਪੱਤਰਕਾਰ ਦੀ ਜਿਹੜੀ ਇੱਕ ਭੂਮਿਕਾ ਚੋਂ ਉਹਦੇ ਤੇ ਕਿਤੇ ਨਾ ਕਿਤੇ ਫਿਰ ਕੁਐਸਚਨ ਮਾਰਕ ਇਹਦਾ ਲੱਗਦਾ ਹੈ। ਪਰ ਉਸ ਤੋਂ ਬਾਅਦ 2017 ਚ ਨਹੀਂ ਕੁਝ ਬਣ ਸਕਿਆ ਆਮ ਆਦਮੀ ਪਾਰਟੀ ਦਾ। ਉਸ ਤੋਂ ਬਾਅਦ ਖੁਦ ਬਲਤੇਜ ਪੰਨੂ ਨੂੰ ਨਹੀਂ ਸੀ ਪਤਾ, ਕਿਉਂਕਿ 2017 ਦੇ ਵਿੱਚ ਤਾਂ ਮੇਰੇ ਇੱਕ ਮਿੱਤਰ ਰਾਹੀਂ ਮੇਰੇ ਕੋਲੇ ਖਬਰ ਸੀ ਕਿ ਬਲਤੇਜ ਪੰਨੂ ਆਪਣੇ ਦੋਸਤਾਂ ਤੋਂ ਸਲਾਹ ਲੈ ਰਿਹਾ ਹੈ ਕਿ ਮੈਨੂੰ ਟਿਕਟ ਦੀ ਆਫਰ ਹੋ ਰਹੀ ਹੈ ਕਿ ਮੈਂ ਐਮਐਲਏ ਦੀ ਸੀਟ ਲੜ ਲਾਂ। ਤੇ ਕਹਿੰਦੇ ਵੀ ਉਹਦੇ ਦੋਸਤਾਂ ਨੇ ਕਿਹਾ ਨਹੀਂ ਤੁਸੀਂ ਨਾ ਚੋਣ ਚ ਜਾਓ, ਤੇ ਉਹਨਾਂ ਨੇ ਨਹੀਂ ਉਦੋਂ ਟਿਕਟ ਪਾ ਲਈ। ਤੇ 2022 ਚ ਉਹਨਾਂ ਨੂੰ ਆਪ ਨੂੰ ਉਮੀਦ ਨਹੀਂ ਸੀ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਖੜਾ ਕਰ ਦੋ, ਬੰਦੇ ਨੂੰ ਨਹੀਂ ਦੇਖਣਾ, ਲੋਕਾਂ ਨੇ ਝਾੜੂ ਨੂੰ ਦੇਖਣਾ। ਇਸ ਕਰਕੇ ਉਹਨਾਂ ਨੇ ਐਫਰਟ ਹੀ ਕੀਤਾ, ਨਹੀਂ ਤਾਂ ਉਹ ਇਸ ਵੇਲੇ ਐਮਐਲਏ ਹੁੰਦੇ, ਹੋ ਸਕਦਾ ਮੰਤਰੀ ਵੀ ਹੁੰਦੇ। ਉਹ ਪੜ੍ਹ ਨਹੀਂ ਸਕੇ ਵੀ ਹੋਣਾ ਕੀ ਹੈ। ਤੇ ਪਰ ਇਹ ਆ ਵੀ ਹੁਣ ਜਦੋਂ ਸਰਕਾਰ ਬਣ ਗਈ ਤੇ ਉਸ ਤੋਂ ਬਾਅਦ ਲਗਾਤਾਰ ਸਰਕਾਰ ਦੇ ਫੈਸਲਿਆਂ ਨੂੰ ਜਿਹੜਾ ਉਹਨਾਂ ਨੇ ਇੱਕ ਕਿਸਮ ਦਾ ਪ੍ਰਚਾਰ ਆ ਆਪਣੇ ਪ੍ਰੋਗਰਾਮ ਰਾਹੀਂ ਵੀ ਜਾਂ ਆਪਣੇ ਸੋਸ਼ਲ ਮੀਡੀਆ ਦੇ ਪੇਜ ਰਾਹੀਂ ਵੀ ਲਗਾਤਾਰ। ਤੇ ਸਰਕਾਰ ਨੇ ਜਿੱਥੇ ਕਿਤੇ ਵੀ ਕੋਈ ਥੋੜੀ ਬਹੁਤ ਗਲਤੀ ਕੀਤੀ ਆ ਉੱਥੇ ਉਹ ਚੁੱਪ ਹੀ ਵੱਟਦੇ ਰਹੇ ਕਈ ਮਾਮਲਿਆਂ ਦੇ ਵਿੱਚ। ਤੇ ਇਸ ਕਰਕੇ ਲੋਕਾਂ ਨੇ ਕ੍ਰਿਟਿਸਿਜ਼ਮ ਤਾਂ ਉਹਨਾਂ ਦਾ ਸ਼ੁਰੂ ਕਰ ਦਿੱਤਾ ਸੀ ਕਾਫੀ ਵੱਡੇ ਪੱਧਰ ਦੇ ਉੱਤੇ। ਜੇ ਤੁਸੀਂ ਉਹਨਾਂ ਦਾ, ਮੇਰੇ ਕੋਲ ਤਾਂ ਟਾਈਮ ਘੱਟ ਹੁੰਦਾ, ਮੈਂ ਘੱਟ ਹੀ ਦੇਖਦਾ, ਪਰ ਜੇ ਤੁਸੀਂ ਉਹਨਾਂ ਦੇ ਫੇਸਬੁੱਕ ਪੇਜ ਤੇ ਜਾਓ ਤੇ ਪਿਛਲੇ 2-1.5 ਮਹੀਨੇ ਦੀ ਜਿਹੜੀ ਉਹਨਾਂ ਦੀ ਆਲੋਚਨਾ ਦੇਖੋ, ਉਹਨਾਂ ਦੇ ਆਪਣੇ ਪੇਜ ਦੇ ਉੱਤੇ ਜੋ ਕੁਝ ਵੀ ਉਹਨਾਂ ਨੇ ਪਾਇਆ ਤੇ ਥੱਲੇ ਲੋਕਾਂ ਨੇ ਕਿਹੜੇ ਕਮੈਂਟ ਕੀਤੇ ਹੋਏ ਆ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਇੱਕ ਪੱਤਰਕਾਰ ਦੀ ਭੂਮਿਕਾ ਜਿਹੜੀ ਹੁੰਦੀ ਆ ਉਹਦੇ 'ਚ ਕਿਤੇ ਨਾ ਕਿਤੇ ਉਹ ਗਿਰਾਵਟ ਜਿਹੜੀ ਹੈ ਉਹ ਮਹਿਸੂਸ ਕੀਤੀ ਉਹਨਾਂ ਦੇ ਆਪਣੇ ਪ੍ਰਸ਼ੰਸਕਾਂ ਨੇ, ਅਸੀਂ ਨਹੀਂ ਕਹਿੰਦੇ। ਤੇ ਇਸ ਕਰਕੇ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਪੱਤਰਕਾਰਤਾ ਜਿਹੜੀ ਉਹ ਲੋਕ ਪੱਤਰਕਾਰਤਾ ਜਿਹੜੀ ਹੁੰਦੀ ਆ ਉਹਦੇ ਤੋਂ ਕਿਨਾਰਾ ਕਰਕੇ ਸਿੱਧੇ ਤੌਰ ਤੇ ਸਿਆਸਤ ਜਿਹੜੀ ਆ ਉਹ ਜੁਆਇਨ ਕਰ ਲੈਣੀ ਚਾਹੀਦੀ ਸੀ। ਉਹ ਕਰ ਹੀ ਲਈ ਆ ਸਮਝੋ। ਹੁਣ ਜਦੋਂ ਤੁਸੀਂ ਸਰਕਾਰ ਦਾ ਹਿੱਸਾ ਬਣ ਗਏ ਹੋ, ਡਾਇਰੈਕਟਰ ਪਬਲਿਕ ਰਿਲੇਸ਼ਨ ਲਾ ਦਿੱਤਾ ਗਿਆ ਉਹਨਾਂ ਨੂੰ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ, ਤਾਂ ਸਿੱਧੀ ਗੱਲ ਹੈ ਵੀ ਉਹ ਜਿਹੜੇ ਆ ਹੁਣ ਇੱਕ ਧਿਰ ਬਣ ਗਏ ਤੇ ਉਹ ਲੋਕਾਂ ਦੀ ਧਿਰ ਨਹੀਂ ਰਹੇ। ਲੋਕਾਂ ਦੀ ਧਿਰ ਜਿਹੜੀ ਹੈ, ਜਿਹੜੇ ਪੱਤਰਕਾਰ ਆ ਉਹ ਹਮੇਸ਼ਾ ਹੀ ਇੱਕ ਵਿੱਥ ਬਣਾ ਕੇ ਚੱਲਦੇ ਆ। ਉਹ ਸਰਕਾਰਾਂ ਕਿਸੇ ਦੀ ਵੀ ਆ ਜਾਣ, ਉਹਨਾਂ ਨੇ ਹਮੇਸ਼ਾ ਇੱਕ ਵਿੱਥ ਬਣਾ ਕੇ ਚੱਲਣਾ ਹੁੰਦਾ, ਦੂਰੋਂ ਰਹਿ ਕੇ ਸਰਕਾਰ 'ਚ ਸ਼ਾਮਲ ਹੋ ਕੇ ਨਹੀਂ, ਦੂਰੋਂ ਰਹਿ ਕੇ ਕੰਮ ਕਰਨਾ ਹੁੰਦਾ। ਸੋ ਮੈਨੂੰ ਲੱਗਦਾ ਸ਼ੁਰੂ 'ਚ ਹੀ ਜਦੋਂ 2017 ਮੈਂ ਇਹ ਖਬਰ ਚੰਗੀ ਤਰ੍ਹਾਂ ਧਿਆਨ ਨਾਲ ਵੇਖੀ ਨਹੀਂ ਅਜੇ, ਡਾਇਰੈਕਟਰ ਪਬਲਿਕ ਰਿਲੇਸ਼ਨ ਦਾ ਉਹਦਾ ਸ਼ਾਇਦ ਨਾ ਹੋਵੇ, ਡਾਇਰੈਕਟਰ ਇਨਫੋਰਮੇਸ਼ਨ ਜਾਂ ਕੁਝ ਉਹਦਾ ਨਵਾਂ ਕ੍ਰੀਏਟ ਕੀਤਾ ਗਿਆ ਹੋਊਗਾ। ਡਾਇਰੈਕਟਰ ਜਿਹੜਾ ਪਬਲਿਕ ਰਿਲੇਸ਼ਨ ਹੈ ਉਹ ਇੱਕ ਸਰਕਾਰੀ ਅਹੁਦਾ ਹੁੰਦਾ, ਉਹ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਆਏ ਹੋਏ ਅਫਸਰ ਹੁੰਦੇ। ਮੇਰੇ ਖਿਆਲ 'ਚ ਉਹਦਾ ਕੋਈ ਡਿਫਰੈਂਟ ਨਾ ਹੋਣਾ ਚਾਹੀਦਾ, ਜੇ ਮੈਂ ਗਲਤੀ ਨਹੀਂ ਕਰਦਾ। ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ। ਅੱਛਾ, ਦੂਜੀ ਗੱਲ ਉਹਦੇ ਤਾਂ ਕ੍ਰੀਏਟ ਕਰਨੇ ਹੁੰਦੇ ਨਾ, ਆਪਣੇ ਮਿੱਤਰਾਂ ਨੂੰ ਐਡਜਸਟ ਕਰਨ ਵਾਸਤੇ ਉਹਦੇ ਤਾਂ ਕ੍ਰੀਏਟ ਕਰਨੇ ਹੁੰਦੇ ਆ। ਹਾਂਜੀ ਹਾਂਜੀ, ਇਹ ਕੋਈ ਉਹਦਾ ਹੈ ਹੀ ਨਹੀਂ। ਪਹਿਲਾਂ ਕੋਈ ਏਦਾਂ ਕੋਈ ਡਾਇਰੈਕਟਰ ਕਿਸੇ ਨੂੰ ਲਾ ਕੇ ਥੋੜਾ ਉਹਨੂੰ ਲਾਤਾ ਡਾਇਰੈਕਟਰ। ਪਹਿਲਾਂ ਕੋਈ ਡਾਇਰੈਕਟਰ ਹੋਊਗਾ ਨਾ, ਜਿਹੜੇ ਹਰਚਰਨ ਬੈਂਸ ਕੋਈ ਉਹਦਾ ਹੋਊਗਾ। ਹਰਚਰਨ ਬੈਂਸ ਵੀ ਕੀ ਹੁੰਦੇ ਸੀ ਅਕਾਲੀ ਦਲ ਦੇ ਵਿੱਚ? ਉਹ ਮੀਡੀਆ ਐਡਵਾਈਜ਼ਰ ਹੁੰਦੇ ਸੀ। ਅੱਛਾ, ਐਡਵਾਈਜ਼ਰ ਦਾ ਮੀਡੀਆ ਐਡਵਾਈਜ਼ਰ ਹੁੰਦੇ ਸੀ। ਵੈਸੇ ਉਹ ਜ਼ਿਆਦਾ ਢੁਕਵਾਂ ਸੀਗਾ, ਜੇ ਉਸ ਤਰ੍ਹਾਂ ਦਾ ਰੱਖਿਆ ਜਾਂਦਾ ਤਾਂ ਮੇਰੇ ਖਿਆਲ ਉਹ ਜ਼ਿਆਦਾ ਢੁਕਵਾਂ ਸੀ। ਜੇ ਤੁਸੀਂ ਕਿਸੇ ਬੰਦੇ ਉਹਨੇ ਨੂੰ 4 ਬੰਦੇ ਲਾਉਣੇ ਸੀ, ਹੁਣ ਪਤਾ ਨਹੀਂ ਬਾਕੀ ਕਿਹੜੇ ਲਾਏ ਆ। ਖਬਰੇ ਆ ਰਹੀ ਸੀ ਵੀ ਕੁਝ 4 ਏਦਾਂ ਦੇ ਜਿਹੜੇ ਲੋਕ ਲਾਏ ਜਾਣਗੇ ਜਿਹੜੇ ਭਗਵੰਤ ਮਾਨ ਹੋਰਾਂ ਲਈ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਨਗੇ। ਉਹਨਾਂ ਦੇ ਅਹੁਦਿਆਂ ਦੇ ਨਾਮ ਵੱਖਰੇ ਵੱਖਰੇ ਹੋ ਸਕਣਗੇ। ਉਹ ਸਾਰੇ ਅਹੁਦੇ ਕ੍ਰੀਏਟ ਹੀ ਕੀਤੇ ਜਾਂਦੇ ਆ। ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਆਪਣੇ 2-4 ਸਲਾਹਕਾਰ ਪਹਿਲਾਂ ਲਾ ਲਏ, ਉਹ ਕਿਹੜੇ ਸਲਾਹਕਾਰ ਹੁੰਦੇ ਸੀ, ਤੇ ਫਿਰ 2 ਮੀਡੀਆ ਐਡਵਾਈਜ਼ਰ ਲਾ ਲਏ, ਜਗਤਾਰ ਸਿੱਧੂ ਤੇ ਉਹ ਡੱਲਾ। 4 ਪਹਿਲਾਂ ਲਾ ਲਏ, ਪਿਆਰੇ ਲਾਲ ਗਰਗ ਹੋਰੀ ਜਾਂ ਮਾਲਵਿੰਦਰ ਸਿੰਘ ਮਾਲੀ ਹੋਰੀ। ਸੋ ਇਹ ਆਪੇ ਕ੍ਰੀਏਟ ਕੀਤੇ ਜਾਂਦੇ ਆ, ਕੋਈ ਪਹਿਲਾਂ ਤੋਂ ਉਹਦੇ ਨਹੀਂ ਹੁੰਦੇ। ਯੂਨੀਵਰਸਿਟੀ, ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਅਸੀਂ ਕਈ ਵਾਰੀ ਦੇਖਿਆ ਵੀ ਅਚਾਨਕ ਕੋਈ ਬੰਦਾ ਜੁਆਇਨ ਕਰਾ ਲਿਆ ਜਾਂਦਾ, ਕਹਿੰਦੇ ਆ ਫਲਾਣੇ ਡਿਪਾਰਟਮੈਂਟ 'ਚ ਆਹ ਲਾ ਦਿੱਤਾ, ਕੋਈ ਉਹ ਨਵਾਂ ਹੀ ਕ੍ਰੀਏਟ ਕਰ ਲੈਂਦੇ ਆ ਆਪਣੀ ਸਹੂਲਤ ਦੇ ਮੁਤਾਬਕ। ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਬਿਲਕੁਲ ਠੀਕ ਹੈ ਜੀ। ਆਪਾਂ ਇਹਦੀਆਂ ਡਿਟੇਲ ਹੋਰ ਆਉਣਗੀਆਂ ਤੇ ਕੱਲ ਦੇ ਪ੍ਰੋਗਰਾਮ 'ਚ ਇਹਦੀ ਗੱਲ ਕਰ ਲਾਂਗੇ। ਵੈਸੇ ਹਰਜੋਤ ਬੈਂਸ ਹਰਾਂ ਨੇ ਆਉਂਦੇ ਹੀ ਆਪਣਾ ਐਕਸ਼ਨ ਦਿਖਾ ਦਿੱਤਾ ਜੀ। ਕੋਈ 25 ਦੇ ਕਰੀਬ ਪ੍ਰਿੰਸੀਪਲ ਤੇ ਜਿਹੜੇ ਮੁਖੀ ਹੁੰਦੇ ਆ ਜਾਂ ਉਪ ਮੁਖੀ ਹੁੰਦੇ ਆ ਇਹਨਾਂ ਦੇ ਡਿਸਟ੍ਰਿਕਟ ਲੈਵਲ ਦੇ, ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਔਰ ਹਰ ਮੰਤਰੀ ਦਾ ਇਹ ਖੈਰ ਹੁੰਦਾ ਵੀ ਆ ਆਪਣਾ ਢੰਗ ਕੰਮ ਕਰਨ ਦਾ,
ਪਰ ਕਿਤੇ ਨਾ ਕਿਤੇ ਉਹਨਾਂ ਨੇ ਉਹ ਜਿਹੜੀ ਢਿੱਲ ਮੱਠ ਲੱਗਦੀ ਸੀ, ਕਿਉਂਕਿ ਪ੍ਰਾਇੋਰਟੀ ਜਿਹੜੀ ਆਪਾਂ ਮੈਂ ਪਹਿਲਾਂ ਗੱਲ ਵੀ ਕਰਕੇ ਹਟਿਆ ਕਾਣੋ ਸਾਹਿਬ ਨਾਲ ਕਿ ਆਮ ਆਦਮੀ ਪਾਰਟੀ ਨੇ ਜਿਹੜੀਆਂ ਆਪਣੀਆਂ 3-4 ਪ੍ਰਾਇੋਰਟੀ ਕੀਤੀਆਂ ਸੀ, ਉਹਦੇ ਵਿੱਚ ਇੱਕ ਕਿਹਾ ਸੀਗਾ ਕਰਪਸ਼ਨ ਨੂੰ ਜ਼ੀਰੋ ਟੋਲਰੈਂਸ, ਦੂਜੀ ਉਹਨਾਂ ਦੀ ਸੀਗੀ ਕਿ ਐਜੂਕੇਸ਼ਨ ਨੂੰ ਅਸੀਂ ਇੱਕ ਮਾਡਲ ਦੇ ਤੌਰ ਤੇ ਲੈ ਕੇ ਆਵਾਂਗੇ, ਹੈਲਥ ਨੂੰ ਮਾਡਲ ਦੇ ਤੌਰ ਤੇ ਲੈ ਕੇ ਆਵਾਂਗੇ, ਤੇ 3-4 ਵੱਡੇ ਨਾਅਰੇ ਸੀ ਜਿਨ੍ਹਾਂ ਦੇ ਕਰਕੇ ਲੋਕਾਂ ਨੇ ਉਹਨਾਂ ਨੂੰ ਬਹੁਤ ਰਿਸਪੌਂਸ ਦਿੱਤਾ। ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਸੀਂ ਉੱਥੇ ਕੰਮ ਕਰੀਏ ਜਾਂ ਘੱਟੋ ਘੱਟ ਕੰਮ ਕਰਦੇ ਦਿਖੀਏ। ਇਹ ਹੁਣ ਵੱਖਰੀ ਗੱਲ ਹੈ ਕਿ ਉਹ ਕਿੱਦਾਂ ਦਾ ਪੈਰਲਲ ਢਾਂਚਾ ਸਾਰਦੇ ਆ ਐਜੂਕੇਸ਼ਨ ਦੇ ਵਿੱਚ ਵੀ, ਜਿੱਦਾਂ ਦਾ ਉਹ ਆਪਣੇ ਜਿਹੜੇ ਰਹੇ ਨੇ IAS ਅਫਸਰ, ਉਹਨਾਂ ਦੇ ਉੱਤੇ ਹੁਣ ਬਹੁਤ ਗੱਲਾਂ ਹੋ ਰਹੀਆਂ ਨੇ ਕਿ ਉਹਨਾਂ ਨੇ ਇੱਦਾਂ ਦਾ ਇੱਕ ਪੈਰਲਲ ਢਾਂਚਾ ਸਾਰਤਾ ਸੀਗਾ। ਇੱਦਾਂ ਹੀ ਹੁਣ ਇਹਨਾਂ ਦਾ ਮਹੱਲਾ ਕਲੀਨਿਕ ਵਾਲਾ ਰੋਲ ਆ ਜਾਂ ਐਜੂਕੇਸ਼ਨ ਦੇ ਵਿੱਚ ਕਿੱਦਾਂ ਦਾ ਰੋਲ ਕਰਦੇ ਆ, ਜਾਂ ਫਿਰ ਜਿੱਦਾਂ ਆਪਾਂ ਜਾਣਦੇ ਆ ਸਾਰੇ ਕਿ ਜਿਹੜੇ ਬੈਂਸ ਸਾਹਿਬ ਨੇ ਉਹ ਕੇਜਰੀਵਾਲ ਹੋਰਾਂ ਦੀ ਜਿਹੜੇ ਆ ਉਹ ਪਸੰਦ ਨੇ, ਤੇ ਉਹਨਾਂ ਨੂੰ ਲੱਗਿਆ ਹੋਵੇਗਾ ਕਿ ਇਹਨਾਂ ਦੇ ਰਾਹੀਂ ਮੈਂ ਬਿਹਤਰ ਢੰਗ ਨਾਲ ਇਹ ਕੰਮ ਜਿਹੜਾ ਉਹ ਕਰ ਸਕਦਾ। ਦੇਖੋ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਪਰਫਾਰਮੈਂਸ ਰਹੀ ਹਰਜੋਤ ਸਿੰਘ ਬੈਂਸ ਦੀ ਐਜ਼ ਅ ਸਪੀਕਰ ਵੀ, ਜੋ ਕੁਝ ਵੀ ਉਹ ਬੋਲੇ ਉਹ ਕਾਫੀ ਨੋਟੇਬਲ ਸੀ ਕਿ ਲੋਕਾਂ ਨੇ ਉਹਨਾਂ ਨੂੰ ਪਸੰਦ ਵੀ ਕੀਤਾ, ਕਾਫੀ ਐਕਟਿਵ ਵੀ ਹੈਗੇ ਆ, ਜਾਣਕਾਰੀ ਵੀ ਇਨਫੋਰਮੇਸ਼ਨ ਵੀ ਉਹਨਾਂ ਕੋਲ ਕਾਫੀ ਰਹਿੰਦੀ ਹੈ, ਤੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਦੇਖਦੇ ਆ। ਮੈਂ ਨਿੱਜੀ ਤੌਰ ਤੇ ਉਹਨਾਂ ਨਾਲ ਮੁਲਾਕਾਤ ਦਾ ਇੱਕ ਸਮਾਂ ਮੈਨੂੰ ਮਿਲਿਆ ਸੀ, ਅੱਧਾ ਘੰਟਾ ਅਸੀਂ ਬੈਠੇ ਸੀ, ਤੇ ਉਹਦੇ 'ਚ ਵੀ ਮਹਿਸੂਸ ਕੀਤਾ ਕਿ ਇੱਕ ਤਾਂ ਐਨਰਜੈਟਿਕ ਹੈਗੇ ਆ, ਹਾਲੇ ਉਮਰ ਥੋੜ੍ਹੀ ਹੈ, ਤੇ ਥੋੜ੍ਹੀ ਉਮਰ ਦੇ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਦੇ ਅਹੁਦਿਆਂ ਤੇ ਜਾਂ ਉੱਚੀਆਂ ਪਦਵੀਆਂ ਤੇ ਪਹੁੰਚ ਜਾਂਦੇ ਆ, ਤੇ ਓਨੈਸਟੀ ਵੀ ਰਹਿੰਦੀ ਹੈ, ਐਨਰਜੀ ਵੀ ਰਹਿੰਦੀ ਹੈ, ਤੇ ਬਿਹਤਰ ਕੰਮ ਉਹ ਕਰ ਰਹੇ ਨੇ ਸ਼ਾਇਦ। ਬਾਕੀ ਜਿਹੜੀ ਗੱਲ ਇਹ ਵੀ ਤੁਸੀਂ ਵੀ ਕਹੀ ਹੈ, ਇਹ ਗੱਲ ਵੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਪਸੰਦ ਦਾ ਮਾਮਲਾ ਵੀ ਹੁੰਦਾ। ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਆ ਉਹ ਉਹਨਾਂ ਨੂੰ ਕਾਫੀ ਪਸੰਦ ਕਰਦੇ ਨੇ, ਜਾਂ ਨੇੜਤਾ ਉਹਨਾਂ ਦੀ ਕਾਫੀ ਹੈ ਭਗਵੰਤ ਮਾਨ ਹੋਰਾਂ ਨਾਲ, ਕਿ ਉਹਨਾਂ ਦੇ ਚੰਗੇ ਰਿਲੇਸ਼ਨ ਹੈਗੇ। ਸੋ ਇੱਕ ਜੇ ਕਾਬਲ ਵਿਅਕਤੀ ਹੈ, ਜੇ ਉਹਦੇ ਤੋਂ ਜ਼ਿਆਦਾ ਕੰਮ ਲਿਆ ਜਾ ਸਕੇ ਤੇ ਉਹ ਸ਼ਾਇਦ ਉਹ ਲੈਣ ਦੀ ਕੋਸ਼ਿਸ਼ ਹੈ। ਬਾਕੀ ਬਦਲੀਆਂ ਜਿਹੜੀਆਂ ਹੁੰਦੀਆਂ ਉਹ ਤਾਂ ਰੂਟੀਨ ਦੀ ਗੱਲ ਹੈਗੀ ਹੈ। ਜਿਹੜੇ ਲੰਮੇ ਸਮੇਂ ਤੋਂ ਇੱਕ ਥਾਂ ਦੇ ਉੱਤੇ ਟਿਕੇ ਹੋਏ ਹੁੰਦੇ ਉਹਨਾਂ ਨੂੰ ਬਦਲਣਾ ਵੀ ਪੈਂਦਾ, ਪਰ ਇਮੀਡੀਏਟ ਬਦਲੀਆਂ ਕਈ ਵਾਰੀ ਸਾਲ ਬਾਅਦ ਹੀ ਕਰ ਦੇਣੀਆਂ, ਉਹ ਵੀ ਬਹੁਤੀਆਂ ਦਰੁਸਤ ਨਹੀਂ ਹੁੰਦੀਆਂ। ਇਹ ਹੁਣ ਦੇਖਣਗੇ ਕੀ ਕਰਦਾ ਕੀ ਨਹੀਂ ਕਰਦਾ। ਢਾਂਚਾ ਜਿਹੜਾ ਐਜੂਕੇਸ਼ਨ ਦਾ ਉਹਨੂੰ ਸਟਰਕਚਰ ਜਿਹੜਾ ਆ ਉਹਨੂੰ ਸਹੀ ਤਰੀਕੇ ਦੇ ਨਾਲ ਬਿਹਤਰ ਹਾਲਤ ਵਿੱਚ ਲੈ ਕੇ ਆਉਣਾ। ਹੁਣ ਬੜੇ ਚੈਲੰਜਸ ਨੇ ਇਸ ਡਿਪਾਰਟਮੈਂਟ ਦੇ, ਉਹਨਾਂ ਚੋਂ ਦੇਖਦੇ ਆ ਕਿਵੇਂ ਗੁਜ਼ਰਦੇ ਨੇ ਹਰਜੋਤ ਸਿੰਘ ਬੈਂਸ। ਮੈਨੂੰ ਲੱਗਦਾ ਦਸਾਂਝ ਸਾਹਿਬ ਜਿਹੜਾ ਇਮੀਡੀਏਟਲੀ ਬਿਨਾਂ ਅਜੇ ਕੱਲ ਮੰਤਰੀ ਬਣੇ ਤੇ ਉਹਨਾਂ ਨੇ, ਮੈਨੂੰ ਨਹੀਂ ਲੱਗਦਾ ਕਿ ਐਜੂਕੇਸ਼ਨ ਮਹਿਕਮੇ ਨੂੰ ਬਹੁਤ ਨੇੜਿਓਂ ਵੇਖ ਲਿਆ ਹੋਊਗਾ, ਪੜ੍ਹ ਲਿਆ ਹੋਊਗਾ। ਇਹ ਇੱਕ ਆਪਣੀ ਸ਼ਕਤੀ ਦਿਖਾਉਣ ਦਾ ਤਰੀਕਾ ਵੀ ਹੁੰਦਾ ਕਿ ਹੁਣ ਅੱਗੇ ਵਾਲੀ ਗੱਲ ਨਹੀਂ ਰਹੀ, ਹੁਣ ਮੰਤਰੀ ਬਦਲ ਗਏ ਆ, ਹੁਣ ਇੱਦਾਂ ਚਲਾਵਾਂਗੇ ਆਪਾਂ। ਉਹ ਥੋੜ੍ਹੀ ਜਿਹੀ ਆਪਣੀ ਤਾਕਤ ਦਿਖਾਉਣ ਦਾ ਵੀ ਇੱਕ ਮੇਰੇ ਖਿਆਲ ਮੁੱਦਾ ਹੁੰਦਾ ਜਿਹੜਾ ਉਹਨਾਂ ਦਿਖਾਇਆ। ਇਹ ਸਿਆਸਤ ਦਾ ਇੱਕ ਗੁੱਝਾ ਰੂਲ ਵੀ ਹੈ ਜੀ ਕਿਤੇ ਨਾ ਕਿਤੇ। ਜੇ ਢਿੱਲ ਮੱਠ ਦਿਖਾਓ ਤਾਂ ਫਿਰ ਇਹ ਹੁੰਦਾ ਵੀ ਇਹ ਬੰਦਾ ਐਡਾ ਕਾਬਲ ਨਹੀਂ ਆ। ਅੱਛਾ, ਦੂਜਾ ਹੁਣ ਜਾਂਦੇ ਜਾਂਦੇ ਦੱਸ ਦਿਓ, ਚੀਫ ਸੈਕਟਰੀ ਬਦਲ ਦਿੱਤੇ ਨੇ ਜੰਜੂਆ ਸਾਹਿਬ। ਚਲੋ DGP ਤੇ ਕੱਲ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈ ਸੀ, ਆ ਗਏ, ਤੇ ਚੀਫ ਸੈਕਟਰੀ ਵੀ ਬਦਲ ਦਿੱਤੇ ਨੇ। ਇਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ? ਸ਼ਾਇਦ ਦੇਖਦੇ ਹੋਣਗੇ ਭਗਵੰਤ ਮਾਨ ਹੋਰੀ ਵੀ, ਹਾਂ ਬਿਹਤਰ ਮੇਰੇ ਲਈ ਕੀ ਹੋ ਸਕਦਾ। ਚੀਫ ਸੈਕਟਰੀ ਬਦਲਣਾ ਵੀ ਜਿਹੜਾ, ਜਿੱਦਾਂ ਤੁਸੀਂ ਕੱਲ ਕਹਿ ਰਹੇ ਸੀ ਵੀ ਕਈ ਫੈਸਲੇ ਬੜੇ ਹੈਰਾਨੀਜਨਕ ਹੁੰਦੇ ਆ, ਇਹਦੇ ਤੇ ਵੀ ਲੋਕ ਹੈਰਾਨੀ ਪ੍ਰਗਟ ਕਰ ਰਹੇ ਆ ਕਿ ਅਚਾਨਕ ਹੀ ਚੀਫ ਸੈਕਟਰੀ ਜਿਹੜੇ ਬਦਲ ਦਿੱਤੇ ਗਏ, ਕੀ ਉਹਨਾਂ ਦੇ ਮਨ 'ਚ ਹੈ ਕੀ ਨਹੀਂ, ਕਿ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਉਹਨਾਂ ਲਈ ਹੈਲਪਫੁਲ ਹੋ ਸਕਦੇ ਆ, ਇਸ ਕਰਕੇ ਉਹਨਾਂ ਨੇ ਸ਼ਾਇਦ ਸਟੈਪ ਚੁੱਕਿਆ ਹੋ ਸਕਦਾ। ਬਾਕੀ ਇਹਦੀਆਂ ਡਿਟੇਲਸ ਮੇਰੇ ਕੋਲ ਨਹੀਂ ਹੈ। ਕਾਂਗਰਸ ਵੇਲੇ ਤੇ ਵਿਨੀ ਮਹਾਜਨ ਹੋਇਆ ਕਰਦੇ ਸੀ ਤੇ ਉਹਨਾਂ ਦੇ ਹਸਬੈਂਡ ਜਿਹੜੇ ਆ ਉਹ DGP ਹੋਇਆ ਕਰਦੇ ਸੀ ਦੋਨੇ। ਉਹ ਵੀ ਲੋਕੀ ਕ੍ਰਿਟਿਸਾਈਜ਼ ਕਰਦੇ ਸੀ ਕਿ ਦੋਨਾਂ ਨੂੰ, ਹਸਬੈਂਡ ਵਾਈਫ ਨੂੰ, ਮਤਲਬ ਪੰਜਾਬ ਦੇ 2 ਵੱਡੇ ਅਹੁਦੇ ਦਿੱਤੇ ਹੋਏ ਆ, ਮਤਲਬ ਮੁਖੀ ਬਣਾ ਕੇ ਬਿਠਾਇਆ ਹੋਇਆ। ਉਸ ਤੋਂ ਬਾਅਦ ਜਿਹੜੇ ਲਾਏ ਗਏ ਸੀਗੇ ਚੀਫ ਸੈਕਟਰੀ, ਕੀ ਉਹ ਭਗਵੰਤ ਮਾਨ ਹੋਰਾਂ ਨੇ ਨਹੀਂ ਸੀ ਖੁਦ ਲਾਏ? ਇਹਨਾਂ ਦੀ ਪਾਰਟੀ ਦੇ ਨਹੀਂ ਸੀਗੇ ਵੱਲੋਂ ਲਾਏ ਹੋਏ ਨਹੀਂ ਸੀਗੇ? ਨਹੀਂ, ਉਹ ਸ਼ਾਇਦ ਆਉਂਦਿਆਂ ਸਾਰ ਹੀ ਲਾਏ ਸੀ, ਪਰ ਸ਼ਾਇਦ ਨਾ ਤਸੱਲੀ ਹੋਈ ਹੋਵੇ ਉਹਨਾਂ ਨੂੰ ਸ਼ਾਇਦ ਹੋਰ ਬਿਹਤਰ ਵਿਅਕਤੀ ਦੀ ਤਲਾਸ਼ ਰਹੀ ਹੋਏਗੀ। ਉਹਨਾਂ ਨੂੰ ਲੱਗਦਾ ਹੋਏਗਾ ਕਿ ਆਹ ਜ਼ਿਆਦਾ ਬਿਹਤਰ ਹੈ ਸਾਡੇ ਵਾਸਤੇ। ਡਿਟੇਲਸ ਮੇਰੇ ਕੋਲ ਨਹੀਂ ਆ ਹਾਲੇ, ਕਿਉਂਕਿ ਇਹ ਬਿਲਕੁਲ ਤਾਜ਼ੀ ਖਬਰ ਹੈ ਜਿਹੜੀ ਤੁਸੀਂ ਸਾਂਝੀ ਕਰਦੇ ਹੋ। ਮੈਂ ਰਾਤ ਨਹੀਂ ਸੀ ਦੇਖੀ ਇਹ ਖਬਰ, ਤੇ ਜ਼ਰੂਰ ਇਹਦੇ ਤੇ ਟਿੱਪਣੀ ਆਪਾਂ ਕੱਲ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ। ਸਮਾਂ ਤੇ ਆਪਣਾ ਹੋ ਗਿਆ, ਤੇ ਕੱਲ ਦੇ ਪ੍ਰੋਗਰਾਮ 'ਚ ਹੋਰ ਗੱਲਾਂ ਬਾਤਾਂ ਕਰਾਂਗੇ। ਥੈਂਕ ਯੂ ਵੈਰੀ ਮੱਚ।